हाँ जी, सत श्री अकाल जी साਰਿਆਂ ਨੂੰ। ਗਿਆਨਮ ਦੇ ਡਿਜੀਟਲ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਜੀ। ਅੱਜ ਆਪਾਂ ਪੋਲਿਟੀ ਦੇ ਇੱਕ ਨਵੇਂ ਟੌਪਿਕ ਦੇ ਬਾਰੇ ਡਿਸਕਸ਼ਨ ਸ਼ੁਰੂ ਕਰਨ ਜਾ ਰਹੇ ਹਾਂ ਜੀ। ਵਾਟ ਇਜ਼ ਇੰਪੀਚਮੈਂਟ। ਇੰਪੀਚਮੈਂਟ ਸਿੰਪਲ ਲੈਂਗੁਏਜ ਦੇ ਵਿੱਚ ਕਿਹਾ ਜਾਵੇ ਜੀ, ਜੇ ਕੋਈ ਸਰਕਾਰੀ ਅਹੁਦੇ ਦੇ ਉੱਤੇ ਬੈਠਾ ਬੰਦਾ ਕਿਸੇ ਆਪਣੇ ਪਦ ਦਾ ਗਲਤ ਉਪਯੋਗ ਕਰਦਾ ਪਾਇਆ ਜਾਂਦਾ ਹੈ ਤਾਂ ਜਦੋਂ ਉਸ ਨੂੰ ਗਿਲਟੀ ਫਾਊਂਡ ਕੀਤਾ ਜਾਊਗਾ, ਦੋਸ਼ੀ ਸਾਬਿਤ ਕੀਤਾ ਜਾਊਗਾ ਤਾਂ ਇਸ ਤਰ੍ਹਾਂ ਦਾ ਜਿਹੜਾ ਪ੍ਰੋਸੈਸ ਹੋਊਗਾ ਇਹਨੂੰ ਕਿਹਾ ਜਾਂਦਾ ਜੀ ਇੰਪੀਚਮੈਂਟ। ਠੀਕ ਹੈ ਜੀ। ਤੇ ਇੰਪੀਚਮੈਂਟ ਜਿਹੜਾ ਹੈ ਆਪਣੇ ਦੇਸ਼ ਦੇ ਸੰਵਿਧਾਨ ਦੇ ਵਿੱਚ ਆਪਣੇ ਰਾਸ਼ਟਰਪਤੀ ਨੂੰ ਹਟਾਉਣ ਦਾ ਤਰੀਕਾ, ਉਪ ਰਾਸ਼ਟਰਪਤੀ ਦਾ ਹਟਾਉਣਾ, ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜਿਸ ਨੂੰ ਹਟਾਉਣਾ, ਚੀਫ ਇਲੈਕਸ਼ਨ ਕਮਿਸ਼ਨਰ ਨੂੰ ਹਟਾਉਣਾ। ਠੀਕ ਹੈ ਜੀ। ਤਾਂ ਇਹਨਾਂ ਕੁਝ ਅਹੁਦਿਆਂ ਦੇ ਉੱਤੇ ਜਿਹੜੇ ਬੰਦੇ ਅੱਜ ਦੀ ਡੇਟ 'ਚ ਬੈਠੇ ਹੋਏ ਨੇ ਉਹਨਾਂ ਨੂੰ ਕਿਸ ਕਿਸ ਤਰੀਕੇ ਨਾਲ ਹਟਾਇਆ ਜਾ ਸਕਦਾ ਹੈ, ਅੱਜ ਆਪਾਂ ਉਸ ਚੀਜ਼ ਦੇ ਬਾਰੇ ਡਿਸਕਸ਼ਨ ਸ਼ੁਰੂ ਕਰਨ ਜਾ ਰਹੇ ਹਾਂ ਜੀ। ਠੀਕ ਹੈ ਜੀ। ਚਲੋ ਸ਼ੁਰੂ ਕਰਦੇ ਹਾਂ ਜੀ। ਪਹਿਲਾ ਆਇਆ ਆਪਣੇ ਕੋਲੇ ਇੰਪੀਚਮੈਂਟ ਆਫ ਦਾ ਪ੍ਰੈਜ਼ੀਡੈਂਟ, ਰਾਸ਼ਟਰਪਤੀ ਨੂੰ ਹਟਾਉਣ ਦਾ ਤਰੀਕਾ। ਆਪਾਂ ਨੂੰ ਪਤਾ ਜੀ ਕਿ ਰਾਸ਼ਟਰਪਤੀ ਦਾ ਪਦ ਜਿਹੜਾ ਹੈ ਭਾਰਤ ਦੇ ਵਿੱਚ ਸਭ ਤੋਂ ਉੱਚਾ ਜਿਹੜਾ ਸਰਕਾਰੀ ਪਦ ਹੈਗਾ। ਠੀਕ ਹੈ ਜੀ। ਜਦੋਂ ਵੀ ਦੇਸ਼ ਦੀ ਜਨਗਣਨਾ ਸ਼ੁਰੂ ਹੁੰਦੀ ਹੈ ਤਾਂ ਉਸ ਦੇ ਵਿੱਚ ਜਿਹੜਾ ਪਹਿਲਾ ਨਾਗਰਿਕ ਗਿਣਿਆ ਜਾਂਦਾ ਤਾਂ ਉਹ ਭਾਰਤ ਦਾ ਰਾਸ਼ਟਰਪਤੀ ਹੀ ਹੁੰਦਾ ਹੈ। ਪਰੰਤੂ ਭਾਰਤ ਦੇ ਰਾਸ਼ਟਰਪਤੀ ਨੂੰ ਹਟਾਇਆ ਕਿਉਂ ਜਾਣਾ ਚਾਹੀਦਾ? ਇਹਦਾ ਵੀ ਰੀਜ਼ਨ ਕੀ ਹੈ ਜੀ? ਆਪਣੇ ਸੰਵਿਧਾਨ ਦੇ ਵਿੱਚ ਇਹਦਾ ਕਾਰਨ ਦਿੱਤਾ ਹੋਇਆ ਹੈਗਾ ਵਾਇਲੇਸ਼ਨ ਆਫ ਕੌਨਸਟੀਟਿਊਸ਼ਨ। ਜੇਕਰ ਆਪਣੇ ਦੇਸ਼ ਦਾ ਰਾਸ਼ਟਰਪਤੀ ਸੰਵਿਧਾਨ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਉਹਨੂੰ ਜਿਹੜਾ ਹੈ ਉਸਦੇ ਪਦ ਤੋਂ ਜਾਂ ਪੋਜੀਸ਼ਨ ਤੋਂ ਹਟਾਇਆ ਜਾ ਸਕਦਾ ਹੈ, ਕਿਉਂਕਿ ਆਪਣੇ ਦੇਸ਼ ਦਾ ਜਿਹੜਾ ਕੌਨਸਟੀਟਿਊਸ਼ਨ ਹੈ ਜੀ ਉਸਦਾ ਗਾਰਡੀਅਨ ਜਾਂ ਉਸਦਾ ਜਿਹੜਾ ਹੈ ਰਖਵਾਲਾ ਬਣ ਕੇ ਕੰਮ ਕਰਦਾ ਹੈ ਆਪਣਾ ਰਾਸ਼ਟਰਪਤੀ। ਅਤੇ ਜੇ ਉਹ ਖੁਦ ਹੀ ਸੰਵਿਧਾਨ ਦੀ ਉਲੰਘਣਾ ਕਰਦੇ, ਇਸ ਚੀਜ਼ ਦੇ ਆਧਾਰ ਤੇ ਜਿਹੜਾ ਹੈ ਰਾਸ਼ਟਰਪਤੀ ਨੂੰ ਉਸਦੇ ਪਦ ਤੋਂ ਜਾਂ ਉਸਦੀ ਪੋਜੀਸ਼ਨ ਤੋਂ ਹਟਾਇਆ ਜਾ ਸਕਦਾ ਹੈ। ਠੀਕ ਹੈ ਜੀ। ਤੇ ਰਾਸ਼ਟਰਪਤੀ ਨੂੰ ਹਟਾਉਣ ਦਾ ਤਰੀਕਾ ਜਿਹੜਾ ਹੈ ਇਹ ਆਪਣੇ ਦੇਸ਼ ਦੇ ਸੰਵਿਧਾਨ ਦੇ ਆਰਟੀਕਲ 61 ਦੇ ਵਿੱਚ ਮੈਂਸ਼ਨ ਕੀਤਾ ਹੋਇਆ। ਆਰਟੀਕਲ 61 ਕਹਿੰਦਾ ਹੈਗਾ ਪ੍ਰੋਸੀਜਰ ਫॉर ਇੰਪੀਚਮੈਂਟ ਆਫ ਦਾ ਪ੍ਰੈਜ਼ੀਡੈਂਟ। ਤੇ ਆਪਣੇ ਦੇਸ਼ ਦੇ ਕੌਨਸਟੀਟਿਊਸ਼ਨ ਦੇ ਵਿੱਚ ਕਈ ਸਾਰੀਆਂ ਪ੍ਰੋਵੀਜ਼ਨਸ ਐਸੀਆਂ ਨੇ ਜੋ ਕਿ ਆਪਾਂ ਨੇ ਕਈ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਤੋਂ ਲਿੱਤੀਆਂ ਨੇ। ਤੇ ਉਹੀ ਤਰੀਕੇ ਦੇ ਨਾਲ ਜਿਹੜਾ ਹੈ ਜੀ ਅਮਰੀਕਾ ਦੇ ਸੰਵਿਧਾਨ ਤੋਂ ਆਪਾਂ ਨੇ ਰਾਸ਼ਟਰਪਤੀ ਨੂੰ ਇੰਪੀਚ ਕਰਨ ਦਾ ਤਰੀਕਾ ਜਿਹੜਾ ਹੈ ਆਪਣੇ ਇੰਡੀਅਨ ਕੌਨਸਟੀਟਿਊਸ਼ਨ ਦੇ ਵਿੱਚ ਅਡਾਪਟ ਕੀਤਾ ਹੈਗਾ। ਹੁਣ ਪਹਿਲੀ ਮੇਨ ਚੀਜ਼ ਕੀ ਆ ਜਾਂਦੀ ਹੈ ਜੀ? ਸੰਵਿਧਾਨ ਦੀ ਉਲੰਘਣਾ ਆਪਾਂ ਮੰਨਾਂਗੇ ਕਿਹਨੂੰ? ਇਸ ਦੇ ਬਾਰੇ ਸੰਵਿਧਾਨ ਦੇ ਵਿੱਚ ਕਿਤੇ ਜ਼ਿਕਰ ਕੀਤਾ ਹੋਇਆ? ਸੰਵਿਧਾਨ ਦੇ ਵਿੱਚ ਇਦਾਂ ਦਾ ਕੁਝ ਚੀਜ਼ ਮੈਂਸ਼ਨ ਨਹੀਂ ਕੀਤੀ ਹੋਈ ਕਿ ਆਪਾਂ ਕਿਸ ਚੀਜ਼ ਨੂੰ ਸੰਵਿਧਾਨ ਦੀ ਉਲੰਘਣਾ ਮੰਨਾਂਗੇ, ਕਿਸ ਚੀਜ਼ ਨੂੰ ਸੰਵਿਧਾਨ ਦੀ ਉਲੰਘਣਾ ਨਹੀਂ ਮੰਨਾਂਗੇ। ਤੁਸੀਂ ਸੁਣਿਆ ਹੋਏਗਾ ਜੀ ਕਿ ਰਾਸ਼ਟਰਪਤੀ ਹੈ ਜਿਹੜਾ ਇਹ ਆਪਣੇ PM ਅਤੇ ਉਸਦੀ ਕਾਉਂਸਲ ਆਫ ਮਿਨਿਸਟਰ ਜਾਂ ਕੈਬਨਿਟ ਦੇ ਐਡਵਾਈਸ ਦੇ ਕਹਿਣ ਤੇ ਹੀ ਕੰਮ ਕਰਦਾ ਹੈਗਾ। ਹੁਣ ਜੇ ਕੈਬਨਿਟ ਦੀ ਐਡਵਾਈਸ ਨੂੰ ਮੰਨਣ ਤੋਂ ਮਨਾ ਕਰਦੇ, ਇਸ ਨੂੰ ਵੀ ਸੰਵਿਧਾਨ ਦੀ ਉਲੰਘਣਾ ਮੰਨ ਸਕਦੇ ਹੈਗੇ ਹੋ। ਅਗਰ ਕਿਸੇ ਬਿੱਲ ਨੂੰ ਆਪਦੀ ਮਨਜ਼ੂਰੀ ਦੇਣ ਤੋਂ, ਕੌਨਸਟੀਟਿਊਸ਼ਨਲ ਬਿੱਲ ਨੂੰ ਮਨਜ਼ੂਰੀ ਦੇਣ ਤੋਂ ਮਨਾ ਕਰਦੇ, ਉਹ ਵੀ ਜਿਹੜਾ ਹੈ ਸੰਵਿਧਾਨ ਦੀ ਉਲੰਘਣਾ 'ਚ ਕੰਸੀਡਰ ਕੀਤਾ ਜਾ ਸਕਦਾ ਹੈ। ਮਤਲਬ ਕਿਸੇ ਵੀ ਚੀਜ਼ ਨੂੰ ਜਿਹੜਾ ਹੈ ਸੰਵਿਧਾਨ ਦੀ ਉਲੰਘਣਾ ਦੇ ਵਿੱਚ ਐਸ ਸੱਚ ਡਿਫਾਈਨ ਨਹੀਂ ਕੀਤਾ ਗਿਆ। ਸਰਕਾਰ ਤੇ ਡਿਪੈਂਡ ਕਰਦਾ ਉਹ ਕਿਸ ਚੀਜ਼ ਨੂੰ ਸੰਵਿਧਾਨ ਦੀ ਉਲੰਘਣਾ ਮੰਨਦੀ ਹੈ ਤੇ ਕਿਸ ਚੀਜ਼ ਨੂੰ ਸੰਵਿਧਾਨ ਦੀ ਉਲੰਘਣਾ ਨਹੀਂ ਮੰਨਦੀ। ਠੀਕ ਹੈ ਜੀ। ਤੇ ਆਪਣਾ ਜਿਹੜਾ ਸੰਵਿਧਾਨ ਦੇ ਵਿੱਚ ਰਾਸ਼ਟਰਪਤੀ ਨੂੰ ਹਟਾਉਣ ਦਾ ਜਿਹੜਾ ਪ੍ਰੋਸੈਸ ਹੈ ਜੀ, ਇਹ ਆਪਣੀ ਪਾਰਲੀਮੈਂਟ ਦੇ ਵਿੱਚ ਆਪਣੇ ਦੋ ਸਦਨ ਹੁੰਦੇ ਨੇ। ਪਾਰਲੀਮੈਂਟ ਦੇ ਵਿੱਚ ਹੁੰਦਾ ਜੀ ਇੱਕ ਲੋਕ ਸਭਾ ਹੁੰਦੀ ਹੈ, ਇੱਕ ਹੁੰਦੀ ਹੈ ਰਾਜ ਸਭਾ। ਠੀਕ ਹੈ ਜੀ। ਤਾਂ ਰਾਸ਼ਟਰਪਤੀ ਨੂੰ ਹਟਾਉਣ ਦਾ ਜਿਹੜਾ ਪ੍ਰੋਸੈਸ ਹੈ ਇਹ ਸੰਸਦ ਦੇ ਕਿਸੇ ਵੀ ਸਦਨ ਦੇ ਵਿੱਚ ਸ਼ੁਰੂ ਕੀਤਾ ਜਾ ਸਕਦਾ ਹੈ। ਈਦਰ ਹਾਊਸ ਆਫ ਦਾ ਪਾਰਲੀਮੈਂਟ ਦੇ ਵਿੱਚ ਜਿਹੜਾ ਹੈ ਇੰਪੀਚਮੈਂਟ ਦਾ ਪ੍ਰੋਸੈਸ ਸ਼ੁਰੂ ਕੀਤਾ ਜਾ ਸਕਦਾ ਹੈ। ਤੇ ਇਹ ਜਿਹੜਾ ਹੈਗਾ ਜੀ ਸਾਈਨਡ ਕੀਤਾ ਜਾਣਾ ਚਾਹੀਦਾ 1/4 ਆਫ ਦਾ ਮੈਂਬਰਸ ਆਫ ਦਾ ਹਾਊਸ। ਅਗਰ ਲੋਕ ਸਭਾ ਦੇ ਮੈਂਬਰ ਨੇ ਤਾਂ ਲੋਕ ਸਭਾ ਦੇ 1/4 ਹੋਣਗੇ। ਅਗਰ ਰਾਜ ਸਭਾ ਦੇ ਮੈਂਬਰ ਨੇ ਤਾਂ ਰਾਜ ਸਭਾ ਦੇ 1/4 ਮੈਂਬਰਸ ਨੇ ਜਿਹੜੇ ਉਸ ਬਿੱਲ ਦੇ ਜਾਂ ਉਸ ਚੀਜ਼ ਦੇ ਫੇਵਰ ਦੇ ਵਿੱਚ ਹੋਣੇ ਚਾਹੀਦੇ ਨੇ। ਠੀਕ ਹੈ ਜੀ। ਤਾਂ ਹੀ ਉਹ ਬਿੱਲ ਨੂੰ ਜਿਹੜਾ ਹੈ ਜਾਂ ਉਸ ਰੈਜ਼ੋਲੂਸ਼ਨ ਨੂੰ ਸ਼ੁਰੂ ਕੀਤਾ ਜਾਊਗਾ। ਨੈਕਸਟ ਇਹਦੇ ਵਿੱਚ ਕੀ ਆਇਆ ਜੀ? ਜਦੋਂ ਰੈਜ਼ੋਲੂਸ਼ਨ ਨੂੰ ਪਾਸ ਕੀਤਾ ਜਾਊਗਾ, ਇਹ ਮੈਜੋਰਿਟੀ ਆਫ 2/3 ਆਫ ਦਾ ਟੋਟਲ ਮੈਂਬਰਸ਼ਿਪ ਆਫ ਦਾ ਹਾਊਸ ਇਟ ਇਜ਼ ਸੈਂਟ ਟੂ ਦਾ ਅਦਰ ਹਾਊਸ। ਮਤਲਬ ਕੀ ਹੋਇਆ ਜੀ? ਰਾਸ਼ਟਰਪਤੀ ਨੂੰ ਹਟਾਉਣ ਦਾ ਪ੍ਰੋਸੈਸ ਹੈ ਜਿਹੜਾ ਇਹ ਆਪਾਂ ਨੇ ਕਿਸੇ ਵੀ ਸਦਨ ਦੇ ਵਿੱਚ ਸ਼ੁਰੂ ਕਰ ਲਿਆ। ਠੀਕ ਹੈ ਜੀ। ਕਿਸੇ ਵੀ ਸਦਨ ਦੇ ਵਿੱਚੋਂ ਸ਼ੁਰੂ ਕਰਕੇ ਕੀ ਕੀਤਾ ਆਪਾਂ ਨੇ? ਚਾਹੇ ਲੋਕ ਸਭਾ 'ਚ ਸ਼ੁਰੂ ਕੀਤਾ ਤਾਂ ਲੋਕ ਸਭਾ ਦੇ 1/4 ਹੋਣਗੇ, ਜੇ ਰਾਜ ਸਭਾ 'ਚ ਸ਼ੁਰੂ ਕਰ ਰਹੇ ਹੋਵਾਂਗੇ ਤਾਂ ਰਾਜ ਸਭਾ ਦੇ 1/4 ਹੋਣਗੇ। ਤੇ ਇਹ ਰੈਜ਼ੋਲੂਸ਼ਨ ਪਾਸ ਕਰਨ ਤੋਂ ਬਾਅਦ ਕੀ ਹੈ ਜੀ? ਰਾਸ਼ਟਰਪਤੀ ਨੂੰ 14 ਦਿਨਾਂ ਦਾ ਨੋਟਿਸ ਪੀਰੀਅਡ ਦਿੱਤਾ ਜਾਊਗਾ।
14 ਦਿਨਾਂ ਦਾ ਨੋਟਿਸ ਪੀਰੀਅਡ ਦੇਣ ਦਾ ਮਤਲਬ ਕੀ ਹੋਇਆ ਕਿ ਆਪਾਂ ਰਾਸ਼ਟਰਪਤੀ ਨੂੰ ਮੌਕਾ ਦੇ ਰਹੇ ਹੈਗੇ ਆ ਕਿ ਅਗਰ ਰਾਸ਼ਟਰਪਤੀ ਇਹ 14 ਦਿਨਾਂ ਦੇ ਵਿੱਚ ਆਪਦੀ ਪੋਜੀਸ਼ਨ ਤੋਂ ਖੁਦ ਹੀ ਅਸਤੀਫਾ ਦੇ ਦੇ ਤਾਂ ਬਾਕੀ ਦੇ ਪ੍ਰੋਸੈਸ ਜਾਂ ਬਾਕੀ ਦੀ ਕਾਰਵਾਈ ਨੂੰ ਆਪਾਂ ਅੱਗੇ ਪ੍ਰੋਸੀਡ ਨਹੀਂ ਕਰਾਂਗੇ। ਪਰੰਤੂ ਜੇਕਰ ਰਾਸ਼ਟਰਪਤੀ ਕਹਿ ਦੇ ਕਿ ਮੈਂ ਕੋਈ ਗਲਤ ਕੰਮ ਕੀਤਾ ਹੀ ਨਹੀਂ ਹੈਗਾ, ਫਿਰ ਇਸ ਮਤਲਬ ਕਿਸ ਬੇਸਿਸ ਤੇ ਮੈਨੂੰ ਹਟਾ ਸਕਦੇ ਹੈਗੇ। ਜਦੋਂ ਇਹ 14 ਦਿਨਾਂ ਦਾ ਨੋਟਿਸ ਪੀਰੀਅਡ ਨਿਕਲ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਹੈ ਇੱਕ ਰੈਜ਼ੋਲੂਸ਼ਨ ਜਾਂ ਇੱਕ ਮੋਸ਼ਨ ਪਾਸ ਕੀਤਾ ਜਾਊਗਾ ਤੇ ਇਹ ਰੈਜ਼ੋਲੂਸ਼ਨ ਹੈ ਜਿਹੜਾ ਦੋਨੋਂ ਸਦਨਾਂ ਦੇ ਵਿੱਚ ਅਲੱਗ-ਅਲੱਗ ਪਾਸ ਕੀਤਾ ਜਾਊਗਾ। ਲੋਕ ਸਭਾ ਦੇ ਵਿੱਚ ਇਹਨੂੰ ਅਲੱਗ ਤੋਂ ਪਾਸ ਕਰਾਵਾਂਗੇ, ਰਾਜ ਸਭਾ ਦੇ ਵਿੱਚ ਇਹਨੂੰ ਅਲੱਗ ਤੋਂ ਪਾਸ ਕਰਾਵਾਂਗੇ। ਠੀਕ ਹੈ ਜੀ। ਤੇ ਇਹਨੂੰ ਕਿਹੜੀ ਮੈਜੋਰਿਟੀ ਦੇ ਨਾਲ ਪਾਸ ਕਰਾਵਾਂਗੇ? ਸਪੈਸ਼ਲ ਮੈਜੋਰਿਟੀ, ਜਾਂ ਇਹਨੂੰ ਜਿਹੜਾ ਹੈ ਮੈਜੋਰਿਟੀ ਆਫ 2/3 ਆਫ ਦਾ ਟੋਟਲ ਮੈਂਬਰਸ਼ਿਪ ਆਫ ਦਾ ਹਾਊਸ। ਠੀਕ ਹੈ ਜੀ। ਅਗਰ ਲੋਕ ਸਭਾ 'ਚ ਸ਼ੁਰੂ ਹੋਏਗਾ ਤਾਂ ਲੋਕ ਸਭਾ ਤੋਂ ਪਾਸ ਹੋ ਕੇ ਰਾਜ ਸਭਾ 'ਚ ਜਾਏਗਾ, ਅਗਰ ਰਾਜ ਸਭਾ 'ਚ ਸ਼ੁਰੂ ਹੋਏਗਾ ਤਾਂ ਲੋਕ ਸਭਾ 'ਚ ਜਾਏਗਾ। ਤੇ ਇਹਨਾਂ ਦੋਨਾਂ ਸਦਨਾਂ ਦੇ ਪਾਸ ਹੋਣ ਤੋਂ ਬਾਅਦ ਜਦੋਂ ਇਹ ਦੋਨੋਂ ਸਦਨਾਂ ਨੇ ਇਹ ਬਿੱਲ ਨੂੰ ਪਾਸ ਕਰਤਾ ਤਾਂ ਉਸੇ ਟਾਈਮ ਤੋਂ ਜਿਹੜਾ ਹੈ ਰਾਸ਼ਟਰਪਤੀ ਆਪਦੀ ਪੋਜੀਸ਼ਨ ਤੋਂ ਹਟ ਜਾਏਗਾ। ਰਾਸ਼ਟਰਪਤੀ ਆਪਦੀ ਪੋਜੀਸ਼ਨ ਤੋਂ ਕੀ ਹੋ ਜਾਏਗਾ? ਇੰਪੀਚ ਹੋ ਜਾਏਗਾ। ਠੀਕ ਹੈ ਜੀ। ਤੇ ਪ੍ਰੈਜ਼ੀਡੈਂਟ ਕੋਲੇ ਰਾਈਟ ਹੈਗਾ ਕਿ ਜਦੋਂ ਇਹ ਬਿੱਲ ਨੂੰ ਪਾਸ ਕੀਤਾ ਜਾ ਰਿਹਾ ਹੋਊਗਾ ਜਾਂ ਬਿੱਲ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੋਊਗੀ, ਸੰਸਦ ਦੀ ਕਾਰਵਾਈ ਦੇ ਵਿੱਚ ਰਾਸ਼ਟਰਪਤੀ ਹੈ ਜਿਹੜਾ ਇਹ ਖੁਦ ਹਾਜ਼ਰ ਹੋ ਸਕਦਾ ਹੈ, ਬਟ ਜਿਹੜਾ ਹੈ ਟੂ ਬੀ ਰਿਪਰੈਜ਼ੈਂਟਡ ਐਟ ਸੱਚ ਇਨਵੈਸਟੀਗੇਸ਼ਨ। ਬਟ ਇਹਨੂੰ ਜਿਹੜਾ ਹੈ ਕੋਈ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਏਗਾ, ਰਾਸ਼ਟਰਪਤੀ ਖੁਦ ਵੋਟ ਨਹੀਂ ਪਾਏਗਾ ਆਪਣੀ ਹਟਾਉਣ ਦੇ ਤਰੀਕੇ ਦੇ ਵਿੱਚ। ਠੀਕ ਹੈ ਜੀ। ਤੇ ਇਹਦੇ ਨਾਲ ਕੀ ਹੋਇਆ, ਜੇਕਰ ਇਹ ਬਿੱਲ ਪਾਸ ਹੋ ਗਿਆ ਦੋਨੋਂ ਸਦਨਾਂ ਦੇ ਵਿੱਚ 2/3 ਮੈਜੋਰਿਟੀ ਦੇ ਨਾਲ, ਤਾਂ ਪ੍ਰੈਜ਼ੀਡੈਂਟ ਨੂੰ ਜਿਹੜਾ ਹੈ ਆਪਣਾ ਅਹੁਦਾ ਛੱਡਣਾ ਪੈ ਜਾਏਗਾ। ਠੀਕ ਹੈ ਜੀ। ਜਦੋਂ ਹੀ ਇਹ ਬਿੱਲ ਕਿਸੇ ਵੀ ਦੋਨੋਂ ਸਦਨਾਂ ਦੇ ਵਿੱਚੋਂ ਜਦੋਂ ਹੀ ਪਾਸ ਹੋ ਜਾਏਗਾ ਤਾਂ ਰਾਸ਼ਟਰਪਤੀ ਨੂੰ ਕੀ ਹੈ ਆਪਦਾ ਆਫਿਸ ਛੱਡ ਕੇ ਜਾਣਾ ਪਏਗਾ। ਜਿਵੇਂ ਕਿ ਮਤਲਬ ਇਹ ਸਟਿੱਕਰ ਦੇ ਵਿੱਚ ਵੀ ਇਹੀ ਦਿਖਾ ਰਹੇ ਕਿ ਇਨ ਕੇਸ ਅਗਰ ਰਾਸ਼ਟਰਪਤੀ ਸੰਵਿਧਾਨ ਦੀ ਉਲੰਘਣਾ ਕਰਦਾ ਹੈ ਤਾਂ ਰਾਸ਼ਟਰਪਤੀ ਨੂੰ ਪਾਰਲੀਮੈਂਟ ਹੈ ਜਿਹੜੀ ਉਹ ਉਸਦੇ ਅਹੁਦੇ ਤੋਂ ਜਾਂ ਉਸਦੀ ਪੋਜੀਸ਼ਨ ਤੋਂ ਹਟਾ ਸਕਦੀ ਹੈਗੀ ਹੈ। ਤੇ ਇਸ ਦੇ ਵਿੱਚ ਹੁਣ ਦੋ ਚੀਜ਼ਾਂ ਧਿਆਨ ਦੇ ਵਿੱਚ ਦੇਣ ਵਾਲੀਆਂ ਨੇ ਜੀ ਕਿ ਜਦੋਂ ਰਾਸ਼ਟਰਪਤੀ ਨੂੰ ਹਟਾਇਆ ਜਾਊਗਾ ਤਾਂ ਰਾਸ਼ਟਰਪਤੀ ਨੂੰ ਹਟਾਉਣ ਦੇ ਜਦੋਂ ਹੁਣ 2/3 ਮੈਂਬਰਸ ਦੀ ਗੱਲ ਕਰ ਰਹੇ ਹੈਗੇ ਆ ਤਾਂ ਇਹ 2/3 ਮੈਂਬਰਸ ਦੇ ਵਿੱਚ ਵੋਟ ਪਾਉਣ ਵਾਲੇ ਬੰਦੇ ਕਿਹੜੇ ਹੋਣਗੇ? ਜਿਵੇਂ ਰਾਸ਼ਟਰਪਤੀ ਨੂੰ ਚੁਣਨ ਦੇ ਵਿੱਚ ਕੁਝ ਬੰਦੇ ਵੋਟ ਪਾਉਂਦੇ ਨੇ, ਉਵੇਂ ਰਾਸ਼ਟਰਪਤੀ ਨੂੰ ਹਟਾਉਣ ਦੇ ਵਿੱਚ ਵੀ ਕੁਝ ਬੰਦੇ ਵੋਟ ਪਾਉਣਗੇ। ਹੁਣ ਇਹਦੇ ਵਿੱਚ ਆਪਣੀ ਪਾਰਲੀਮੈਂਟ ਦੇ ਵਿੱਚ 3 ਤਰ੍ਹਾਂ ਦੇ ਬੰਦੇ ਹੁੰਦੇ ਨੇ ਜੀ। 3 ਤਰ੍ਹਾਂ ਦੇ ਬੰਦੇ ਇਨ ਦਾ ਸੈਂਸ 3 ਤਰ੍ਹਾਂ ਦੇ ਮੈਂਬਰ ਹੋਣਗੇ। ਪਹਿਲੇ ਹੋਣਗੇ ਇਲੈਕਟਿਡ ਮੈਂਬਰ, ਦੂਜੇ ਹੋਣਗੇ ਜੀ ਨੋਮੀਨੇਟਿਡ ਮੈਂਬਰ। ਠੀਕ ਹੈ ਜੀ। ਤੇ ਤੀਜੇ ਜਿਹੜੇ ਹੋਣਗੇ ਮਤਲਬ ਆਜ਼ਾਦ ਉਮੀਦਵਾਰ ਜਾਂ ਇੰਡੀਪੈਂਡੈਂਟ ਕੈਂਡੀਡੇਟਸ ਹੋ ਸਕਦੇ ਨੇ ਜਿਹੜੇ ਕਿਸੇ ਮਤਲਬ ਇਲੈਕਟਿਡ ਦੇ ਵਿੱਚ ਹੀ ਆਣਗੇ, ਉਹ ਵੀ ਮਤਲਬ ਇਹਦੀ ਹੀ ਸਬ ਕੈਟਾਗਰਾਈਜੇਸ਼ਨ ਕਰ ਰਹੇ ਹੈਗੇ ਇੰਡੀਪੈਂਡੈਂਟ ਕੈਂਡੀਡੇਟਸ। ਜਾਂ ਇੰਡੀਪੈਂਡੈਂਟ ਕੈਂਡੀਡੇਟਸ ਦੀ ਜਗ੍ਹਾ ਤੇ ਇਹੀ ਦੋ ਮੈਂਬਰਸ ਰੱਖੋ ਜੀ। ਆਪਣੇ ਸੰਸਦ ਦੇ ਵਿੱਚ 2 ਮੈਂਬਰਸ ਹੁੰਦੇ ਨੇ, ਇਲੈਕਟਿਡ ਮੈਂਬਰਸ, ਨੋਮੀਨੇਟਿਡ ਮੈਂਬਰਸ। ਇਲੈਕਟਿਡ ਮੈਂਬਰਸ ਬੇਸਿਕਲੀ ਕੀ ਹੋਏ ਜੀ, ਜਿਨ੍ਹਾਂ ਨੂੰ ਚੁਣਨ ਦੇ ਲਈ ਆਪਾਂ ਨੇ ਜਿਹੜਾ ਹੈ ਇਲੈਕਸ਼ਨ ਦਾ ਪ੍ਰੋਸੈਸ ਫੋਲੋ ਕੀਤਾ ਹੋਊਗਾ। ਠੀਕ ਹੈ ਜੀ। ਜਿਨ੍ਹਾਂ ਨੂੰ ਚੁਣਾਵ ਦੀ ਪ੍ਰਕਿਰਿਆ ਯੂਜ਼ ਕਰਕੇ ਆਪਾਂ ਨੇ ਸੰਸਦ ਦੇ ਵਿੱਚ ਭੇਜਿਆ ਹੋਊਗਾ ਉਹ ਹੋਣਗੇ ਇਲੈਕਟਿਡ ਮੈਂਬਰ। ਜਿਵੇਂ ਕਿ ਆ ਗਏ ਆਪਣੇ ਲੋਕ ਸਭਾ ਦੇ MP ਆ ਗਏ ਜੀ। ਇਸ ਤੋਂ ਇਲਾਵਾ ਜਿਹੜਾ ਹੈ ਰਾਜ ਸਭਾ ਦੇ ਜਿਹੜੇ MPs ਹੋਣਗੇ ਇਹਨਾਂ ਨੂੰ ਆਪਾਂ ਇਨਡਾਇਰੈਕਟ ਵੇ ਦੇ ਨਾਲ ਜਾਂ ਇਨਡਾਇਰੈਕਟ ਇਲੈਕਸ਼ਨ ਦੇ ਨਾਲ ਚੁਣ ਕੇ ਭੇਜਾਂਗੇ। ਜਿਹੜੇ ਨੋਮੀਨੇਟਿਡ ਮੈਂਬਰਸ ਨੇ ਜੀ ਇਹਨਾਂ ਦੇ ਲਈ ਚੁਣਾਵ ਨਹੀਂ ਕੀਤਾ ਜਾਂਦਾ, ਇਹਨਾਂ ਨੂੰ ਜਿਹੜਾ ਹੈ ਪ੍ਰੈਜ਼ੀਡੈਂਟ ਦੁਆਰਾ ਨੋਮੀਨੇਟ ਕੀਤਾ ਜਾਂਦਾ, ਨਾਮਜ਼ਦ ਕੀਤਾ ਜਾਂਦਾ। ਹੁਣ ਇਲੈਕਟਿਡ ਤੇ ਨੋਮੀਨੇਟਿਡ ਦੇ ਵਿੱਚੋਂ ਸਪੋਜ਼ ਕਰੋ ਜੀ ਕਿ ਆਪਣੀ ਕੁਝ ਬੱਚਿਆਂ ਦੀ 15-20 ਜਾਣਿਆਂ ਦੀ ਕਲਾਸ ਹੈਗੀ ਆ। ਠੀਕ ਹੈ। ਤੇ ਮੈਨੇ ਕਲਾਸ ਦਾ ਮੋਨੀਟਰ ਚੁਣਨਾ ਹੈਗਾ। ਹੁਣ ਮੈਨੇ 2 ਬੱਚੇ ਖੜੇ ਕੀਤੇ ਕਿ ਮਤਲਬ 2 ਬੱਚੇ ਆਪਦੀ ਮਰਜ਼ੀ ਦੇ ਨਾਲ ਖੜੇ ਹੋਏ ਕਿ ਅਸੀਂ ਕਲਾਸ ਦੇ ਮੋਨੀਟਰ ਬਣਨਾ ਹੈਗਾ। ਹੁਣ ਜੇ ਮੈਂ ਸਾਰੀ ਕਲਾਸ ਦੀ ਉਹਦੇ ਤੇ ਰਾਏ ਲਵਾਂ, ਸਾਰੇ ਕਲਾਸ ਦੇ ਬੱਚਿਆਂ ਦੀ ਰਾਏ ਲਵਾਂ ਵੀ ਤੁਸੀਂ ਕਿਹੜੇ ਬੰਦੇ ਨੂੰ ਆਪਦਾ ਮੋਨੀਟਰ ਦੇਖਣਾ ਚਾਹੁੰਦੇ ਹੋ, A ਨੂੰ ਦੇਖਣਾ ਹੈ ਜਾਂ B ਨੂੰ ਦੇਖਣਾ ਹੈਗਾ। ਠੀਕ ਹੈ। ਜਦੋਂ ਬੱਚਿਆਂ ਨੇ ਇੱਕ ਬੰਦੇ ਦੇ ਫੇਵਰ ਦੇ ਵਿੱਚ ਜ਼ਿਆਦਾ ਵੋਟਾਂ ਪਾਤੀਆਂ ਤਾਂ ਉਹ ਕੀ ਹੋ ਗਿਆ, ਇਲੈਕਟਿਡ ਹੋ ਕੇ ਆ ਗਿਆ। ਤਾਂ ਮਤਲਬ ਉਹ ਬੱਚਾ ਕੀ ਹੋ ਗਿਆ, ਇਲੈਕਟ ਹੋ ਕੇ ਆਪਾਂ ਨੇ ਕਲਾਸ ਦਾ ਮੋਨੀਟਰ ਬਣਾਤਾ। ਬਟ ਸਪੋਜ਼ ਕਰੋ ਕਿ ਮੈਂ ਉਸ ਦੇ ਲਈ ਵੋਟਾਂ ਨਹੀਂ ਪਵਾਈਆਂ ਹੈਗੀਆਂ, ਮੈਂ ਸਿੱਧਾ ਹੀ A ਨੂੰ ਕਹਿਤਾ ਕਿ ਮੈਂ ਤੁਹਾਡੀ ਕਲਾਸ ਦਾ ਮੋਨੀਟਰ ਹੈ ਜਿਹੜਾ A ਬੰਦੇ ਨੂੰ ਬਣਾ ਰਿਹਾ, ਤਾਂ ਮੈਨੇ ਉਸ ਦੇ ਲਈ ਕੋਈ ਇਲੈਕਸ਼ਨ ਦਾ ਪ੍ਰੋਸੈਸ ਨਹੀਂ ਫੋਲੋ ਕੀਤਾ, ਮੈਂ ਸਿੱਧਾ ਕੀ ਕੀਤਾ, ਉਸ ਨੂੰ ਆਪਣੀ ਕਲਾਸ ਦਾ ਮੋਨੀਟਰ ਬਣਵਾਤਾ ਹੈਗਾ। ਠੀਕ ਹੈ ਜੀ। ਤਾਂ ਇਲੈਕਸ਼ਨ ਦੇ ਵਿੱਚ ਕੀ ਹੋ ਗਿਆ, ਆਪਾਂ ਬੰਦਿਆਂ ਨੂੰ ਚੁਣ ਕੇ ਭੇਜਣ ਦਾ ਕੰਮ ਕਰਾਂਗੇ। ਤੇ ਨੋਮੀਨੇਸ਼ਨ ਦੇ ਵਿੱਚ ਕੀ ਹੋ ਗਿਆ ਕਿ ਆਪਾਂ ਜਿਹੜਾ ਹੈ ਕਿਸੇ ਨੂੰ ਐਵੇਂ ਹੀ ਉਸਦੇ ਮਤਲਬ ਉਸ ਨੂੰ ਚੁਣ ਲਿੱਤਾ ਜਾਊਗਾ। ਠੀਕ ਹੈ ਜੀ। ਤਾਂ ਨੋਮੀਨੇਟਿਡ ਮੈਂਬਰ ਚੁਣੇ ਜਾਂਦੇ ਨੇ, ਇਲੈਕਟਿਡ ਮੈਂਬਰ ਨੇ ਜਿਹੜੇ ਇਲੈਕਟਿਡ ਮੈਂਬਰਸ ਨੂੰ ਵੋਟਾਂ ਪਾ ਕੇ ਚੁਣਿਆ ਜਾਂਦਾ ਹੈ। ਤੇ ਉਹ ਵੋਟਾਂ ਵੀ ਜਿਹੜਾ ਹੈ ਡਾਇਰੈਕਟ ਇਲੈਕਸ਼ਨ, ਇਨਡਾਇਰੈਕਟ ਇਲੈਕਸ਼ਨ ਉਹ ਅਲੱਗ ਚੀਜ਼ ਹੈਗੀ ਹੈ ਜੀ। ਜਿਵੇਂ ਲੋਕ ਸਭਾ ਦੇ MPs ਨੂੰ
डायरैक्ट इलैक्शनस ਦੇ ਨਾਲ ਚੁਣਿਆ ਜਾਏਗਾ। डायरैक्ट इलैक्शनस हो गए ਜਿਹੜੇ ਆਪਣੇ ਕੀ ਲੋਕ ਆਮ ਲੋਕੀ ਸਿੱਧਾ ਹਿੱਸੇਦਾਰੀ ਲੈਂਦੇ ਨੇ। ਇਨਡਾਇਰੈਕਟ ਇਲੈਕਸ਼ਨਸ ਕਿਹੜੇ ਹੋ ਗਏ, ਇਹਨਾਂ ਨੂੰ ਚੁਣਨ ਦੇ ਲਈ ਜਿਹੜਾ ਹੈ ਰਾਜ ਸਭਾ ਦੇ ਮੈਂਬਰਸ ਨੂੰ ਵੋਟ ਚੁਣਨ ਦੇ ਲਈ ਸਟੇਟ ਦੇ MLAs ਵੋਟ ਪਾਉਂਦੇ ਨੇ, ਯਾਨੀ ਕਿ ਆਪਣੇ ਦੁਆਰਾ ਚੁਣੇ ਗਏ ਲੀਡਰ ਵੋਟ ਪਾਉਂਦੇ ਨੇ। ਤਾਂ ਹੁਣ ਤੁਸੀਂ ਰਾਸ਼ਟਰਪਤੀ ਨੂੰ ਚੁਣਨ ਦੇ ਪ੍ਰੋਸੈਸ ਦੇ ਵਿੱਚ ਦੇਖਿਆ ਹੋਏਗਾ ਜੀ, ਜਦੋਂ ਰਾਸ਼ਟਰਪਤੀ ਨੂੰ ਚੁਣਿਆ ਜਾਂਦਾ ਹੈਗਾ ਤਾਂ ਰਾਸ਼ਟਰਪਤੀ ਨੂੰ ਚੁਣੇ ਜਾਣ ਦੇ ਵਿੱਚ ਆਪਣੀ ਸੰਸਦ ਦੇ ਜਿਹੜਾ ਹੈ ਇਲੈਕਟਿਡ ਬੰਦੇ ਹੀ ਪਾਰਟਿਸਿਪੇਟ ਕਰਦੇ ਨੇਗੇ, ਨੋਮੀਨੇਟਿਡ ਬੰਦੇ ਹਿੱਸਾ ਨਹੀਂ ਲੈਂਦੇ ਹੈਗੇ। ਠੀਕ ਹੈ ਜੀ, ਇਹ ਇਲੈਕਸ਼ਨ ਦੇ ਵਿੱਚ ਚੁਣੇ ਜਾਣ ਦੀ ਗੱਲ ਕਰ ਰਹੇ ਹੈਗੇ ਵੀ ਜਦੋਂ ਰਾਸ਼ਟਰਪਤੀ ਨੂੰ ਚੁਣਨਾ ਹੁੰਦਾ ਤਾਂ ਇਲੈਕਟਿਡ ਮੈਂਬਰ ਹਿੱਸਾ ਲੈਂਦੇ ਨੇ, ਨੋਮੀਨੇਟਿਡ ਮੈਂਬਰ ਹਿੱਸਾ ਨਹੀਂ ਲੈਂਦੇ। ਪਰ ਜਦੋਂ ਆਪਾਂ ਨੇ ਰਾਸ਼ਟਰਪਤੀ ਨੂੰ ਉਹਦੇ ਅਹੁਦੇ ਤੋਂ ਹਟਾਉਣਾ ਹੈ ਤਾਂ ਨੋਮੀਨੇਟਿਡ ਮੈਂਬਰ ਆਫ ਈਦਰ ਹਾਊਸ ਆਫ ਪਾਰਲੀਮੈਂਟ ਕੈਨ ਪਾਰਟਿਸਿਪੇਟ ਇਨ ਇੰਪੀਚਮੈਂਟ। ਜਦੋਂ ਰਾਸ਼ਟਰਪਤੀ ਨੂੰ ਚੁਣਨਾ ਹੁੰਦਾ ਜੀ ਉਦੋਂ ਤਾਂ ਨੋਮੀਨੇਟਿਡ ਮੈਂਬਰ ਹਿੱਸਾ ਨਹੀਂ ਲੈਂਦੇ, ਬਟ ਜਦੋਂ ਰਾਸ਼ਟਰਪਤੀ ਨੂੰ ਉਹਦੇ ਅਹੁਦੇ ਤੋਂ ਹਟਾਉਣਾ ਹੈਗਾ ਤਾਂ ਰਾਸ਼ਟਰਪਤੀ ਨੂੰ ਹਟਾਉਣ ਦੇ ਵਿੱਚ ਜਿਹੜਾ ਹੈ ਨੋਮੀਨੇਟਿਡ ਮੈਂਬਰਸ ਹਿੱਸਾ ਲੈਂਦੇ ਨੇਗੇ। ਠੀਕ ਹੈ ਜੀ, ਅਗਰ ਸਟੇਟਮੈਂਟ ਇਦਾਂ ਆ ਜੇ ਵੀ ਆਲ ਦਾ ਮੈਂਬਰਸ ਆਫ ਪਾਰਲੀਮੈਂਟ ਟੇਕ ਪਾਰਟ ਇਨ ਦ ਇੰਪੀਚਮੈਂਟ ਆਫ ਪ੍ਰੈਸੀਡੈਂਟ, ਵੀ ਇਹ ਸਟੇਟਮੈਂਟ ਸਹੀ ਹੋਏਗੀ ਜਾਂ ਗਲਤ ਹੋਏਗੀ, ਤਾਂ ਇਹ ਸਟੇਟਮੈਂਟ ਸਹੀ ਹੋਏਗੀ ਕਿਉਂਕਿ ਇਲੈਕਟਿਡ ਮੈਂਬਰ ਵੀ ਹਿੱਸਾ ਲੈਣਗੇ ਔਰ ਨੋਮੀਨੇਟਿਡ ਮੈਂਬਰ ਨੇ ਜਿਹੜੇ ਇਹ ਵੀ ਹਿੱਸਾ ਲੈਣਗੇ। दूसरा ਕੀ ਆਇਆ ਜੀ ਆਪਣੇ ਲਵੇ, ਜਿਹੜੇ ਆਪਣੇ ਦਿੱਲੀ ਹੋ ਗਿਆ ਜੀ, ਪੁਡੂਚੇਰੀ ਹੋ ਗਿਆ। ਠੀਕ ਹੈ, ਇਸ ਤੋਂ ਇਲਾਵਾ ਜਿਹੜਾ ਹੈ ਆਪਣੇ ਜਿਹੜੇ ਸਟੇਟਸ ਦੇ MLA ਹੋ ਗਏ, ਹਰੇ ਅੱਜ ਦੀ ਡੇਟ 'ਚ ਭਾਰਤ ਦੇ ਵਿੱਚ 28 ਸਟੇਟਸ ਨੇ ਜੀ, 28 ਦੀਆਂ 28 ਸਟੇਟਸ ਦੇ ਵਿੱਚ ਜਿਹੜਾ ਹੈ ਉਹਨਾਂ ਦੀ ਸਰਕਾਰਾਂ ਹੋਣਗੀਆਂ, ਉਹਨਾਂ ਦੇ MLA ਹੋਣਗੇ। ਇਹ ਰਾਸ਼ਟਰਪਤੀ ਨੂੰ ਚੁਣਨ ਦੇ ਵਿੱਚ ਤਾਂ ਪਾਰਟਿਸਿਪੇਟ ਕਰਦੇ ਨੇ, ਉਹਦੇ ਇਲੈਕਸ਼ਨ ਦੇ ਵਿੱਚ ਤਾਂ ਪਾਰਟਿਸਿਪੇਟ ਕਰਨਗੇ, ਬਟ ਰਾਸ਼ਟਰਪਤੀ ਨੂੰ ਜਦੋਂ ਇੰਪੀਚ ਕੀਤਾ ਜਾਊਗਾ ਤਾਂ ਉਦੋਂ ਵਿੱਚ ਜਿਹੜਾ ਹੈ ਨਾ ਤਾਂ ਦਿੱਲੀ ਤੋਂ ਕੋਈ ਬੰਦਾ ਜਿਹੜਾ ਹੈ ਇਲੈਕਟਿਡ ਮੈਂਬਰ ਪਾਰਟਿਸਿਪੇਟ ਕਰੂ, ਨਾ ਹੀ ਪੁਡੂਚੇਰੀ ਤੋਂ ਕਰੂ, ਅਤੇ ਨਾ ਹੀ ਕੋਈ ਹੋਰ ਸਟੇਟ ਦਾ MLA ਜਿਹੜਾ ਹੈ ਰਾਸ਼ਟਰਪਤੀ ਨੂੰ ਹਟਾਉਣ ਦੀ ਪ੍ਰਕਿਰਿਆ ਦੇ ਵਿੱਚ ਪਾਰਟਿਸਿਪੇਟ ਕਰੂਗਾ। ਠੀਕ ਹੈ ਜੀ, ਤਾਂ ਇਸ ਚੀਜ਼ ਦਾ ਥੋੜਾ ਧਿਆਨ ਰੱਖਿਓ ਕਿ ਨੋਮੀਨੇਟਿਡ ਮੈਂਬਰਸ ਵੀ ਹਿੱਸਾ ਲੈਂਦੇ ਨੇਗੇ ਰਾਸ਼ਟਰਪਤੀ ਨੂੰ ਹਟਾਉਣ ਦੇ ਵਿੱਚ, ਬਟ ਜਿਹੜੇ ਇਲੈਕਟਿਡ ਮੈਂਬਰ ਨੇਗੇ ਸਟੇਟਸ ਦੇ ਆਪਣੇ ਦਿੱਲੀ, ਪੁਡੂਚੇਰੀ, ਇਹ ਬੰਦੇ ਜਿਹੜੇ ਨੇ ਰਾਸ਼ਟਰਪਤੀ ਨੂੰ ਹਟਾਉਣ ਦੀ ਪ੍ਰਕਿਰਿਆ ਦੇ ਵਿੱਚ ਹਿੱਸਾ ਨਹੀਂ ਲੈਣਗੇ। ਰਾਸ਼ਟਰਪਤੀ ਦਾ ਇੱਕ ਚੀਜ਼ ਹੈ ਜੀ, ਹਜੇ ਤੱਕ ਭਾਰਤ ਦੇ ਰਾਸ਼ਟਰਪਤੀ ਨੂੰ ਹਟਾਉਣ ਦਾ ਤਰੀਕਾ ਤਾਂ ਆਪਾਂ ਆਪਣੇ ਸੰਵਿਧਾਨ ਦੇ ਵਿੱਚ ਰੱਖਿਆ ਹੋਇਆ, ਬਟ ਰਾਸ਼ਟਰਪਤੀ ਨੂੰ ਹਜੇ ਤੱਕ ਕੋਈ ਵੀ ਐਸਾ ਰਾਸ਼ਟਰਪਤੀ ਨਹੀਂ ਹੈ ਜਿਹਨੂੰ ਉਸਦੇ ਪੋਜੀਸ਼ਨ ਤੋਂ ਹਟਾਇਆ ਗਿਆ ਹੋਵੇ। ਇਹ ਚੀਜ਼ ਦਾ ਥੋੜਾ ਧਿਆਨ ਰੱਖਿਓ, ਕੋਈ ਵੀ ਪ੍ਰੈਸੀਡੈਂਟ ਭਾਰਤ ਦੇ ਵਿੱਚ ਹਲੇ ਤੱਕ ਆਪਾਂ ਨੇ ਉਸਦੇ ਪੋਜੀਸ਼ਨ ਤੋਂ ਨਹੀਂ ਹਟਾਇਆ ਹੈਗਾ। ਠੀਕ ਹੈ ਜੀ, ਨੈਕਸਟ ਚੱਲਦੇ ਹਾਂ ਜੀ ਉਪ ਰਾਸ਼ਟਰਪਤੀ ਨੂੰ ਹਟਾਉਣ ਦੇ ਤਰੀਕੇ ਵੱਲ। ਪਹਿਲੀ ਗੱਲ ਕੀ ਹੈ, ਜਿਸ ਤਰ੍ਹਾਂ ਆਪਾਂ ਨੇ ਲਿਖਿਆ ਜੀ ਹੁਣ ਰਾਸ਼ਟਰਪਤੀ ਨੂੰ ਹਟਾਉਣ ਦਾ ਤਰੀਕਾ ਕੀ ਹੈਗਾ, ਵਾਇਲੇਸ਼ਨ ਆਫ ਕਨਸਟੀਟਿਊਸ਼ਨ। ਉਸੇ ਤਰੀਕੇ ਨਾਲ ਵਾਈਸ ਪ੍ਰੈਸੀਡੈਂਟ ਨੂੰ ਹਟਾਉਣ ਦਾ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਐਸਾ ਕੋਈ ਗਰਾਊਂਡ ਨਹੀਂ ਦਿੱਤਾ ਗਿਆ ਹੈਗਾ ਵੀ ਵਾਇਲੇਸ਼ਨ ਆਫ ਕਨਸਟੀਟਿਊਸ਼ਨ ਦੇ ਬੇਸਿਸ ਤੇ ਹਟਾਵਾਂਗੇ, ਜਾਂ ਜਿਹੜਾ ਹੈ ਉਹ ਇਨਕੈਪੈਸਿਟੀ ਹੋਣੀ ਚਾਹੀਦੀ ਹੈ, ਅਨਸਾਊਂਡ ਮਾਈਂਡ ਹੋਣਾ ਚਾਹੀਦਾ, ਇਨਸੋਲਵੈਂਟ ਹੋਣਾ ਚਾਹੀਦਾ, ਮਤਲਬ ਕਿਸ ਕਾਰਨ ਕਰਕੇ ਜਿਹੜਾ ਹੈ ਉਪ ਰਾਸ਼ਟਰਪਤੀ ਨੂੰ ਉਹਦੀ ਪੋਜੀਸ਼ਨ ਤੋਂ ਹਟਾਇਆ ਜਾ ਸਕਦਾ ਹੈ। ਤਾਂ ਇਹਦਾ ਜਿਹੜਾ ਹੈ ਜੀ ਜਿਹੜੀ ਫਾਰਮਲ ਇੰਪੀਚਮੈਂਟ, ਜਿਸ ਤਰ੍ਹਾਂ ਆਪਾਂ ਨੇ ਹੁਣ ਰਾਸ਼ਟਰਪਤੀ ਦੇ ਹਟਾਉਣ ਦੇ ਤਰੀਕਾ ਦੇਖਿਆ ਵੀ ਉਹਦੇ ਲਈ ਜਿਹੜਾ ਹੈ ਕਿਸੇ ਵੀ ਸਦਨ ਦੇ ਵਿੱਚ ਬਿੱਲ ਸ਼ੁਰੂ ਹੋਣਾ ਚਾਹੀਦਾ। ਬਿੱਲ ਸ਼ੁਰੂ ਹੋਣ ਤੋਂ ਬਿੱਲ ਸ਼ੁਰੂ ਜਦੋਂ ਹੋਏਗਾ ਤਾਂ 1/4 ਮੈਂਬਰਾਂ ਦੀ ਉਹਦੇ ਤੇ ਸਹਿਮਤੀ ਹੋਣੀ ਚਾਹੀਦੀ ਹੈ। 14 ਦਿਨਾਂ ਦਾ ਨੋਟਿਸ ਦੇਵਾਂਗੇ, ਉਸ ਤੋਂ ਬਾਅਦ ਫਿਰ ਜੇ 14 ਦਿਨਾਂ ਦੇ ਵਿੱਚ ਰਾਸ਼ਟਰਪਤੀ ਆਪਣੇ ਪੋਜੀਸ਼ਨ ਤੋਂ ਨਾ ਹਟੇ ਤਾਂ ਦੋਨੋਂ ਸਦਨਾਂ ਨੂੰ ਜਿਹੜਾ ਹੈ 2/3 ਮੈਜੋਰਿਟੀ ਦੇ ਨਾਲ ਬਿੱਲ ਨੂੰ ਪਾਸ ਕਰਕੇ ਜਿਹੜਾ ਹੈ ਰਾਸ਼ਟਰਪਤੀ ਨੂੰ ਹਟਾ ਸਕਦੇ ਆ। ਇਹਦੇ ਲਈ ਜਿਹੜਾ ਹੈ ਇਹ ਇੰਪੀਚਮੈਂਟ ਦਾ ਪ੍ਰੋਸੈਸ ਰਿਕੁਆਇਰਡ ਨਹੀਂ ਹੈਗਾ। ਹੁਣ ਤੁਹਾਨੂੰ ਪਤਾ ਹੈ ਜੀ ਜਿਹੜਾ ਵੀ ਭਾਰਤ ਦਾ ਰਾਸ਼ਟਰਪਤੀ ਉਪ ਰਾਸ਼ਟਰਪਤੀ ਹੋਏਗਾ, ਵਾਈਸ ਪ੍ਰੈਸੀਡੈਂਟ ਹੋਏਗਾ, ਤਾਂ ਵਾਈਸ ਪ੍ਰੈਸੀਡੈਂਟ ਜਿਹੜਾ ਹੈ ਉਹ ਆਪਣੀ ਰਾਜ ਸਭਾ ਦਾ ਚੇਅਰਮੈਨ ਵੀ ਹੋਏਗਾ। ਠੀਕ ਹੈ ਜੀ, ਤਾਂ ਹੁਣ ਰਾਜ ਸਭਾ ਦਾ ਚੇਅਰਮੈਨ ਹੋਏਗਾ ਤਾਂ ਇਹਦੇ ਲਈ ਜਿਹੜਾ ਹੈ ਰਾਜ ਸਭਾ ਨੂੰ ਹੀ ਪਾਵਰ ਦਿੱਤੀ ਗਈ ਹੈ, ਹੀ ਕੈਨ ਬੀ ਰਿਮੂਵਡ ਬਾਈ ਅ ਰੈਜ਼ੋਲੂਸ਼ਨ ਪਾਸਡ ਬਾਈ ਅ ਮੈਜੋਰਿਟੀ ਆਫ ਆਲ ਦਾ ਦੈਨ ਮੈਂਬਰਸ ਆਫ ਰਾਜ ਸਭਾ। मतलब ਕੀ ਹੋਇਆ ਜੀ ਕਿ ਰਾਜ ਸਭਾ ਦੇ ਮੈਂਬਰਾਂ ਦੀ ਸਹਿਮਤੀ ਦੇ ਨਾਲ ਹੀ ਜਿਹੜਾ ਹੈ ਉਪ ਰਾਸ਼ਟਰਪਤੀ ਨੂੰ ਉਹਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ, ਤੇ ਲੋਕ ਸਭਾ ਦੇ ਮੈਂਬਰਾਂ ਦੀ ਬਸ ਇਸ ਤੇ ਕੀ ਹੈ, ਆਪਾਂ ਨੂੰ ਸਹਿਮਤੀ ਚਾਹੀਦੀ ਹੈ, ਉਹਨਾਂ ਦੀ ਮਨਜ਼ੂਰੀ ਚਾਹੀਦੀ ਹੈ। ਇਹਦਾ ਕੀ ਮਤਲਬ ਹੋਇਆ ਜੀ, ਰਾਜ ਸਭਾ ਦੇ ਮੈਂਬਰਸ ਨੇ ਜਿਹੜੇ ਇਹਨੂੰ ਹਟਾਉਣ ਦਾ ਤਰੀਕਾ ਜਿਹੜਾ ਹੈ ਜਾਂ ਇਹਦੇ ਹਟਾਉਣ ਦਾ ਇਨੀਸ਼ੀਏਟਿਵ ਜਾਂ ਪ੍ਰੋਸੈਸ ਹੈ ਜਿਹੜਾ ਇਹ ਸਿਰਫ ਰਾਜ ਸਭਾ ਦੇ ਵਿੱਚ ਹੀ ਸ਼ੁਰੂ ਕੀਤਾ ਜਾ ਸਕਦਾ ਹੈ। ਪੇਪਰ ਦੇ ਵਿੱਚ ਇਹ ਜਿਹੇ ਜਿਹੜੇ ਸਟੇਟਮੈਂਟਸ ਹੁੰਦੇ ਨੇ ਜੀ ਓਨਲੀ ਵਾਲੇ, ਆਲ ਵਾਲੇ, ਇਹਨਾਂ ਦਾ ਥੋੜਾ ਖਾਸ ਕਰ ਧਿਆਨ ਰੱਖਣਾ ਪੈਂਦਾ ਹੈਗਾ,
क्योंकि यह स्टेटमेंट्स ज़्यादातर की होंदियां ने जी मोस्ट ऑफ द टाइम यह स्टेटमेंट्स बहुत वेग या बहुत वाइड होंदियां ने, बट किते किते यह चीज़ जो स्टेटमेंट आ जाती है भी राष्ट्रपति नूं हटाउण दा तरीका ओनली राज्य सभा चों, तो जे राष्ट्रपति की गल होवे तां ईदर हाउस हैगा, बट जे वाइस प्रेसिडेंट की गल की जाए तो वाइस प्रेसिडेंट के केस दे विच ओनली राज्य सभा दे विच ही यह प्रोसैस है जिहड़ा शुरू किया जा सकता है, तो नॉट इन द लोक सभा दे विच उप राष्ट्रपति नूं हटाउण दा प्रोसैस है जिहड़ा नहीं शुरू कर सकते। प्रोसैस उही रहेगा जी जदों शुरू किया हैगा तो 14 दिनों का एडवांस नोटिस देवांगे आपां वाइस प्रेसिडेंट नूं, ते जदों ये रेजोल्यूशन नूं पास किया जाऊगा तो अपनी राज्य सभा दे विच तां इनू इफैक्टिव मेजोरिटी नाल ही पास किया जाऊगा। इफैक्टिव मेजोरिटी स्पैशल मेजोरिटी दी ही एक टाइप आ गई, ठीक है जी। तो लोक सभा दे विच की है, लोक सभा दे विच इसनूं हटाउण दा प्रोसैस है जिहड़ा वो सिंपल मेजोरिटी नाल ही पास किया जाऊगा, ठीक है जी। तो उप राष्ट्रपति भी जिहड़ा है भारत दे विच हले तक आपां किसी भी उप राष्ट्रपति नूं उहदे अहुदे तो नहीं हटाया हैगा। नैक्सट आया जी रिमूवल ऑफ सुप्रीम कोर्ट एंड हाई कोर्ट जजिस। रिमूवल ऑफ सुप्रीम कोर्ट एंड हाई कोर्ट जजिस मतलब हाई कोर्ट और सुप्रीम कोर्ट के जजिस नूं हटाउण दा तरीका या प्रोसैस भी जिहड़ा है यह सेम जिहा ही है, सिमिलर ही है, ठीक है जी। ये भी जिहड़ी प्रोविजन है ये आपां ने लिती है जी अमेरिका के कॉन्स्टिट्यूशन तो, ते आर्टिकल 124 के चौथे क्लोज के विच सुप्रीम कोर्ट के जजिस नूं हटाउण दा तरीका दिता होया हैगा भी आपां सुप्रीम कोर्ट के जजिस नूं किस बेसिस ते या किस तरीके नाल जिहड़ा है रिमूव कर सकते हैं। ਉਹੀ ਜਿਹੜਾ ਹੈ जी आर्टिकल 217 बी ऑफ कॉन्स्टिट्यूशन ਦੇ ਵਿੱਚ ਦਿੱਤਾ ਹੈ ਵੀ ਹਾਈ ਕੋਰਟ ਦੇ ਜਿਹੜੇ ਜੱਜਿਸ ਨੇ ਇਹਨਾਂ ਨੂੰ ਹਟਾਉਣ ਦਾ ਤਰੀਕਾ ਕੀ ਹੋਏਗਾ ਤੇ ਇਹਨਾਂ ਨੂੰ ਵੀ ਜਿਹੜਾ ਹੈ ਪ੍ਰੈਜ਼ੀਡੈਂਟ ਦੇ ਦੁਆਰਾ ਹੀ ਹਟਾਇਆ ਜਾਏਗਾ, ਠੀਕ ਹੈ ਜੀ। ਇੱਕ ਚੀਜ਼ ਯਾਦ ਰੱਖਿਓ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜਿਹੜੇ ਜੱਜਿਸ ਹੋਣਗੇ ਇਹਨਾਂ ਨੂੰ ਅਪਾਇੰਟ ਕਰਨ ਦਾ ਕੰਮ ਕੌਣ ਕਰੂਗਾ? ਪ੍ਰੈਜ਼ੀਡੈਂਟ ਹੀ ਕਰੂਗਾ। ਇਹਨਾਂ ਨੂੰ ਹਟਾਊਗਾ ਵੀ ਕੌਣ? ਪ੍ਰੈਜ਼ੀਡੈਂਟ ਹਟਾਊਗਾ, ਬਟ ਹਟਾਊਗਾ ਕਿਸ ਦੇ ਕਹਿਣ ਤੇ? ਆਪਣੀ ਪਾਰਲੀਮੈਂਟ ਦੇ ਕਹਿਣ ਤੇ, ਠੀਕ ਹੈ ਜੀ। A judge of Supreme Court can be removed from his office by an order of president। ਰਾਸ਼ਟਰਪਤੀ ਦੇ ਕਹਿਣ ਤੇ ਹੀ ਜਿਹੜਾ ਹੈ ਉਹ ਕਿਸੇ ਵੀ ਜੱਜ ਨੂੰ ਉਸ ਦੀ ਪੋਜੀਸ਼ਨ ਤੋਂ ਹਟਾਇਆ ਜਾ ਸਕਦਾ ਹੈਗਾ, ਤੇ ਇਹ ਪੋਜੀਸ਼ਨ ਤੋਂ ਹਟਾਉਣ ਦਾ ਪ੍ਰੋਸੈਸ ਜਿਹੜਾ ਹੋਏਗਾ ਇਹ ਸੰਸਦ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇਹ ਬਿੱਲ ਪਾਸ ਹੋਣ ਤੋਂ ਬਾਅਦ ਹੀ ਜਿਹੜਾ ਹੈ ਪ੍ਰੈਜ਼ੀਡੈਂਟ ਇਸ ਤਰ੍ਹਾਂ ਦਾ ਕੋਈ ਡਿਸੀਜਨ ਲੈ ਸਕੇਗਾ, ਠੀਕ ਹੈ ਜੀ। ਤੇ ਇਹਦੇ ਵਿੱਚ ਬੇਸਿਕਲੀ ਕੀ ਆਉਂਦਾ ਹੈ ਪ੍ਰੈਜ਼ੀਡੈਂਟ ਇਸ਼ੂ ਦਾ ਰਿਮੂਵਲ ਆਰਡਰ only after the address of the parliament address by the parliament has been presented to in the same session। ਤੇ ਇਹਦਾ ਮਤਲਬ ਕੀ ਹੋਇਆ ਜੀ ਜਦੋਂ ਸੇਮ ਸੈਸ਼ਨ ਦੇ ਵਿੱਚ ਤੁਸੀਂ ਸੈਸ਼ਨਸ ਦੇ ਬਾਰੇ ਪੜ੍ਹਿਆ ਹੋਊਗਾ ਜੀ, ਬਜਟ ਸੈਸ਼ਨ ਹੋ ਗਿਆ, ਮੌਨਸੂਨ ਸੈਸ਼ਨ ਹੋ ਗਿਆ, ਵਿੰਟਰ ਸੈਸ਼ਨ ਹੋ ਗਿਆ, ਤੇ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਕਿਤੇ ਵੀ ਇਹ ਨਹੀਂ ਦਿੱਤਾ ਹੋਇਆ ਵੀ ਆਪਣਾ ਬਜਟ ਸੈਸ਼ਨ ਲੱਗੂਗਾ, ਮੌਨਸੂਨ ਲੱਗੂਗਾ, ਵਿੰਟਰ ਲੱਗੂਗਾ। ਆਪਣੇ ਸੰਸਦ ਕਨਸਟੀਟਿਊਸ਼ਨ ਦੇ ਵਿੱਚ ਦਿੱਤਾ ਹੈ ਵੀ ਸੰਸਦ ਦਾ ਜਿਹੜਾ ਹੈ 6 ਮਹੀਨਿਆਂ ਦੇ ਅੰਦਰ ਅੰਦਰ ਇੱਕ ਵਾਰ ਮਿਲ ਕੇ ਬੈਠਣਾ ਜ਼ਰੂਰੀ ਹੈਗਾ। 6 ਮਹੀਨਿਆਂ ਦੇ ਵਿੱਚ ਇੱਕ ਵਾਰ ਬੈਠਣਾ ਹੋਊਗਾ ਤਾਂ ਸਾਲ ਦੇ ਵਿੱਚ 12 ਮਹੀਨੇ ਨੇ, 12 ਮਹੀਨਿਆਂ ਦੇ ਵਿੱਚ ਮਿਨੀਮਮ 2 ਵਾਰ ਤਾਂ ਮਿਲਣਾ ਹੋਏਗਾ ਹੀ। ਪਰ ਆਪਾਂ ਜਿਹੜਾ ਹੈ ਇੱਕ ਰਿਆਇਤ ਦੇ ਆਧਾਰ ਤੇ ਜਿਹੜਾ ਹੈ ਬਜਟ ਸੈਸ਼ਨ ਪਹਿਲਾਂ ਚੱਲਦਾ ਜੀ, ਫਿਰ ਮੌਨਸੂਨ ਚੱਲੂ, ਫਿਰ ਵਿੰਟਰ ਚੱਲੂਗਾ। ਇਹਦਾ ਟਾਈਮ ਪੀਰੀਅਡ ਚੱਲਦਾ ਫੈਬ ਤੋਂ ਲੈ ਕੇ ਜੀ ਮਈ ਤੱਕ, ਇਹਦਾ ਚੱਲਦਾ ਜੁਲਾਈ ਤੋਂ ਸਤੰਬਰ ਤੱਕ, ਇਹਦਾ ਚੱਲਦਾ ਹੈਗਾ ਨਵੰਬਰ ਤੋਂ ਦਸੰਬਰ ਤੱਕ। ਤਾਂ ਇਹਦਾ ਮਤਲਬ ਕੀ ਹੋਇਆ ਜਦੋਂ ਵੀ ਆਪਾਂ ਨੇ ਰਾਸ਼ਟਰਪਤੀ ਸੁਪਰੀਮ ਕੋਰਟ ਦੇ ਜੱਜਿਸ ਨੂੰ ਹਟਾਉਣਾ ਹੈ, ਜਿਹੜੇ ਸੈਸ਼ਨ ਦੇ ਵਿੱਚ ਉਸ ਨੂੰ ਹਟਾਉਣ ਦਾ ਪ੍ਰੋਸੈਸ ਸ਼ੁਰੂ ਹੋਊਗਾ ਉਹੀ ਸੈਸ਼ਨ ਦੇ ਵਿੱਚ ਜਿਹੜਾ ਹੈ ਉਸ ਦੇ ਰਿਮੂਵਲ ਦੀ ਰეკਮੈਂਡੇਸ਼ਨ ਪਾਰਲੀਮੈਂਟ ਜਿਹੜਾ ਹੈ ਆਪਣੇ ਰਾਸ਼ਟਰਪਤੀ ਨੂੰ ਦੇਊਗੀ। ਦ ਐਡਰੈਸ ਮਸਟ ਬੀ ਸਪੋਰਟਡ ਬਾਈ ਸਪੈਸ਼ਲ ਮੈਜੋਰਿਟੀ। ਸਪੈਸ਼ਲ ਮੈਜੋਰਿਟੀ ਦਾ ਕੀ ਮਤਲਬ ਹੋਇਆ ਜੀ ਕਿ ਸੰਸਦ ਦੇ ਦੋਨਾਂ ਸਦਨਾਂ ਦੇ ਜਿਹੜਾ ਹੈ 2/3 ਮੈਂਬਰਸ ਦੀ ਮੈਜੋਰਿਟੀ ਦੇ ਨਾਲ ਹੀ ਜਿਹੜਾ ਹੈ ਉਹ ਬਿੱਲ ਨੂੰ ਪਾਸ ਕੀਤਾ ਜਾਣਾ ਚਾਹੀਦਾ ਹੈ, ਤੇ ਟੋਟਲ ਮੈਂਬਰਸ਼ਿਪ ਆਫ ਦੈਟ ਹਾਊਸ ਐਂਡ ਮੈਜੋਰਿਟੀ ਆਫ ਨੋਟ ਲੈਸ ਦੈਨ 2/3 ਆਫ ਦਾ ਮੈਂਬਰਸ। ਹੁਣ ਇਹਦੇ ਵਿੱਚ ਅੱਗੇ ਕੀ ਆਇਆ ਜੀ ਜਿਹੜਾ ਹੈ ਜਿਸ ਤਰ੍ਹਾਂ ਆਪਾਂ ਨੇ ਦੇਖਿਆ ਸੀ ਰਾਸ਼ਟਰਪਤੀ ਨੂੰ ਹਟਾਉਣ ਦਾ ਗਰਾਊਂਡ ਕੀ ਹੋ ਗਿਆ? ਵਾਇਓਲੇਸ਼ਨ ਆਫ ਕਨਸਟੀਟਿਊਸ਼ਨ, ਸੰਵਿਧਾਨ ਦੀ ਉਲੰਘਣਾ। ਉਸੇ ਤਰੀਕੇ ਨਾਲ ਅਗਰ ਆਪਾਂ ਨੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਜੱਜਿਸ ਨੂੰ ਹਟਾਉਣਾ ਹੋਵੇ ਤਾਂ ਇਹਨਾਂ ਨੂੰ ਹਟਾਉਣ ਦਾ ਤਰੀਕਾ ਕੀ ਹੋ ਗਿਆ ਜੀ? ਪ੍ਰੂਵਡ ਮਿਸਬਿਹੇਵੀਅਰ ਜਾਂ ਇਨਕੈਪੈਸਿਟੀ। ਪ੍ਰੂਵਡ ਮਿਸਬਿਹੇਵੀਅਰ ਦਾ ਕੀ ਮਤਲਬ ਹੋ ਗਿਆ ਜੀ ਕਿ ਆਪਾਂ ਕਿਸੇ ਨਾਲ ਜਿਹੜਾ ਹੈ ਸਹੀ ਢੰਗ ਨਾਲ ਵਰਤਾਵ ਨਹੀਂ ਕਰ ਰਹੇ ਹੈਗੇ, ਤੇ ਇਨਕੈਪੈਸਿਟੀ ਦਾ ਕੀ ਮਤਲਬ ਹੋ ਗਿਆ ਕਿ ਬੰਦੇ ਦੇ ਵਿੱਚ ਕਾਬਲੀਅਤ ਨਹੀਂ ਹੈਗੀ, ਹੁਣ ਉਹ ਜਿਹੜੇ ਅਹੁਦੇ ਤੇ ਬੈਠਾ ਉਸ ਪਦ ਦੀ ਗਰਿਮਾ ਨੂੰ ਸੰਭਾਲਣ ਦੇ ਯੋਗ ਉਹ ਨਹੀਂ ਹੈਗਾ, ਠੀਕ ਹੈ ਜੀ। ਕਿਸੇ ਵੀ ਕਾਰਨ ਮਤਲਬ ਅਗਰ ਬੰਦਾ ਆਪਦੇ ਨਾਲ ਦੇ ਕਲੀਗਸ ਦੇ ਨਾਲ ਸਹੀ ਤਰ੍ਹਾਂ ਦਾ ਵਿਵਹਾਰ ਨਹੀਂ ਕਰ ਰਿਹਾ ਹੈਗਾ, ਸਹੀ ਤਰ੍ਹਾਂ ਦਾ ਵਿਚਾਰ ਨਹੀਂ ਕਰ ਰਿਹਾ ਹੈਗਾ, ਤਾਂ ਇਸ ਬੇਸਿਸ ਤੇ ਹੋ ਸਕਦਾ ਇਨਕੈਪੈਸਿਟੀ ਮਤਲਬ ਕਾਬਲੀਅਤ ਦਾ ਨਾ ਹੋਣਾ, ਠੀਕ ਹੈ ਜੀ। ਤੇ ਇਹ ਵੀ ਐਸ ਐਚ ਡਿਫਾਈਨ ਨਹੀਂ ਕੀਤੇ ਹੋਏ ਹੈਗੇ ਵੀ ਹਾਂ ਆਪਾਂ ਕਿਸ ਚੀਜ਼ ਨੂੰ ਇਨਕੈਪੈਸਿਟੀ ਕਾਊਂਟ ਕਰਾਂਗੇ, ਪ੍ਰੂਵਡ ਮਿਸਬਿਹੇਵੀਅਰ ਕਿਸ ਨੂੰ ਕਾਊਂਟ ਕਰਾਂਗੇ। ਹੁਣ ਇਹਦੇ ਵਿੱਚ ਕੀ ਆਇਆ ਜੀ
ਜਜਿਸ ਇਨਕੁਆਇਰੀ ਐਕਟ 1968 ਇਹ ਰੈਗੂਲੇਟ ਕਰਦਾ ਵੀ ਪ੍ਰੋਸੀਜਰ ਜਿਸ ਤਰੀਕੇ ਦੇ ਨਾਲ, ਮਤਲਬ ਜਿਸ ਤਰ੍ਹਾਂ ਆਪਾਂ ਨੇ ਰਾਸ਼ਟਰਪਤੀ ਨੂੰ ਹਟਾਉਣ ਦਾ ਤਰੀਕਾ ਦੇਖਿਆ ਵੀ ਦੋਨੋਂ ਸਦਨਾਂ ਚੋਂ ਕਿਸੇ ਵੀ ਸਦਨ ਦੇ ਵਿੱਚ ਬਿੱਲ ਸ਼ੁਰੂ ਹੋ ਸਕਦਾ ਹੈ, ਵੀ ਉਸੇ ਤਰੀਕੇ ਨਾਲ ਜਿਹੜਾ ਹੈ ਜਜਿਸ ਨੂੰ ਹਟਾਉਣ ਦਾ ਪ੍ਰੋਸੀਜਰ ਕੀ ਰਹੇਗਾ ਉਸ ਬਾਰੇ ਗੱਲ ਕਰਦਾ ਹੈਗਾ ਜਜਿਸ ਇਨਕੁਆਇਰੀ ਐਕਟ 1968। ਇਹਦੇ ਵਿੱਚ ਕੀ ਹੋਇਆ ਜੀ, ਜੇਕਰ ਆਪਾਂ ਨੇ ਜਜਿਸ ਨੂੰ ਹਟਾਉਣਾ ਹੋਵੇ ਤਾਂ ਇਹਨਾਂ ਦਾ ਰਿਮੂਵਲ ਮੋਸ਼ਨ ਹੈ ਜਿਹੜਾ, ਇਹਨੂੰ 100 ਬੰਦਿਆਂ ਦੀ ਸਹਿਮਤੀ ਚਾਹੀਦੀ ਹੈ ਜੇਕਰ ਇਹ ਲੋਕ ਸਭਾ ਦੇ ਵਿੱਚ ਸ਼ੁਰੂ ਹੋਵੇ, ਤੇ 50 ਬੰਦਿਆਂ ਦੀ ਸਹਿਮਤੀ ਚਾਹੀਦੀ ਹੈ ਜੇਕਰ ਇਹ ਰਾਜ ਸਭਾ ਦੇ ਵਿੱਚ ਸ਼ੁਰੂ ਹੋਵੇ। ਹੁਣ 100 ਬੰਦੇ ਆ ਗਏ ਜੀ ਲੋਕ ਸਭਾ ਦੇ ਕੇਸ 'ਚ, 50 ਬੰਦੇ ਆ ਗਏ ਰਾਜ ਸਭਾ ਦੇ ਕੇਸ 'ਚ। ਹੁਣ ਜੇ ਲੋਕ ਸਭਾ ਦੇ ਵਿੱਚ ਬਿੱਲ ਸ਼ੁਰੂ ਹੋਇਆ ਹੋਵੇਗਾ ਤਾਂ ਲੋਕ ਸਭਾ ਦੇ ਮੁਖੀਆ ਕਿਹੜਾ ਹੋ ਗਿਆ ਜੀ, ਲੋਕ ਸਭਾ ਦਾ ਸਪੀਕਰ ਹੋ ਗਿਆ, ਤਾਂ ਇਹ ਬਿੱਲ ਜਾਊਗਾ ਲੋਕ ਸਭਾ ਦੇ ਸਪੀਕਰ ਕੋਲੇ। ਜੇ ਰਾਜ ਸਭਾ ਦੇ ਵਿੱਚ ਸ਼ੁਰੂ ਹੋਇਆ ਹੋਊਗਾ ਤਾਂ ਰਾਜ ਸਭਾ ਦੇ ਕਿਹਦੇ ਕੋਲੇ ਜਾਊਗਾ, ਚੇਅਰਮੈਨ ਕੋਲੇ ਜਾਊਗਾ। ਠੀਕ ਹੈ ਜੀ, ਤੇ ਇਹਨਾਂ ਦੇ ਕੋਲੇ ਅੱਗੇ ਪਾਵਰ ਹੁੰਦੀ ਹੈ, ਜੇ ਸਪੀਕਰ ਕੋਲੇ ਗਿਆ ਚਾਹੇ ਚੇਅਰਮੈਨ ਕੋਲੇ ਗਿਆ ਤਾਂ ਇਹਨਾਂ ਦੇ ਕੋਲੇ ਅੱਗੇ ਇੱਕ ਚੁਆਇਸ ਹੋਊਗੀ ਵੀ ਉਹਨਾਂ ਨੇ ਇਹ ਮੋਸ਼ਨ ਨੂੰ ਐਕਸੈਪਟ ਕਰਨਾ ਹੈ ਜਾਂ ਰਿਜੈਕਟ ਕਰਨਾ ਹੈ। ਜੇਕਰ ਇਹ ਮੋਸ਼ਨ ਨੂੰ ਅੱਗੇ ਐਕਸੈਪਟ ਕਰਦੇ ਨੇ ਜੀ ਤਾਂ ਇਹ ਕੀ ਕਰਨਗੇ, ਇੱਕ 3 ਮੈਂਬਰਾਂ ਦੀ ਕਮੇਟੀ ਬਣਾਉਣਗੇ। ਹੁਣ ਇਹਨਾਂ ਦੇ ਕੋਲੇ ਚੁਆਇਸ ਹੈਗੀ ਹੈ ਕਿ ਇਹ ਇਸ ਮੋਸ਼ਨ ਨੂੰ ਐਡਮਿਟ ਵੀ ਕਰ ਸਕਦੇ ਨੇ ਜਾਂ ਰਿਫਿਊਜ਼ ਕਰ ਸਕਦੇ ਨੇ। ਜੇਕਰ ਇਹਨਾਂ ਨੇ ਮੋਸ਼ਨ ਨੂੰ ਮਤਲਬ ਮਨਜ਼ੂਰ ਕਰ ਲਿਆ ਤਾਂ ਇਹ ਕੀ ਕਰਨਗੇ, ਇਹ ਜਿਹੜੇ ਮਤਲਬ ਜਿਸ ਵੀ ਕਾਰਨ ਕਰਕੇ ਆਪਾਂ ਜੱਜ ਨੂੰ ਹਟਾਉਣ ਦਾ ਪ੍ਰੋਸੈਸ ਸ਼ੁਰੂ ਕੀਤਾ, ਚਾਹੇ ਇਨਕੈਪੈਸਿਟੀ ਹੈਗੀ ਹੈ ਚਾਹੇ ਪ੍ਰੂਵਡ ਮਿਸਬਿਹੇਵੀਅਰ ਹੈਗਾ, ਤਾਂ ਉਸ ਚੀਜ਼ ਦੀ ਜਾਂਚ ਕਰਨ ਲਈ ਜਾਂ ਉਸ ਦੋਸ਼ ਨੂੰ ਸਿੱਧ ਕਰਨ ਲਈ ਇੱਕ 3 ਮੈਂਬਰਾਂ ਦੀ ਕਮੇਟੀ ਦਾ ਗਠਨ ਕੀਤਾ ਜਾਊਗਾ। ਜੇ ਸਪੀਕਰ ਅਸੈਪਟ ਕਰੂਗਾ ਤਾਂ ਸਪੀਕਰ ਲਗਾਊਗਾ, ਅਗਰ ਚੇਅਰਮੈਨ ਅਸੈਪਟ ਕਰੂਗਾ ਤਾਂ ਚੇਅਰਮੈਨ ਇਸ ਬੋਡੀ ਨੂੰ ਬਣਾਉਣ ਦਾ ਕੰਮ ਕਰ ਰਿਹਾ ਹੋਊਗਾ। ਤੇ ਇਹ ਕਮੇਟੀ ਦੇ ਮੈਂਬਰ ਕਿਹੜੇ-ਕਿਹੜੇ ਹੋਣਗੇ, ਜੇ ਚੀਫ ਜਸਟਿਸ ਦੇ ਖਿਲਾਫ ਹੀ ਆਪਾਂ ਚੀਫ ਜਸਟਿਸ ਨੂੰ ਹਟਾਉਣਾ ਹੋਵੇ, ਚੀਫ ਜਸਟਿਸ ਕੀ ਹੋ ਗਿਆ ਜੀ, ਆਪਣੇ ਸੁਪਰੀਮ ਕੋਰਟ ਦਾ ਜਿਹੜਾ ਸਭ ਤੋਂ ਉੱਪਰਲਾ ਜੱਜ ਹੋ ਗਿਆ। ਠੀਕ ਹੈ ਜੀ, ਸਭ ਤੋਂ ਮੁੱਖ ਜੱਜ ਹੋ ਗਿਆ, ਉਹਨੂੰ ਚੀਫ ਜਸਟਿਸ ਆਫ ਇੰਡੀਆ ਕਹਾਂਗੇ। ਅਗਰ ਚੀਫ ਜਸਟਿਸ ਨੂੰ ਖੁਦ ਨੂੰ ਆਪਾਂ ਨੇ ਉਸ ਦੀ ਪੋਜੀਸ਼ਨ ਤੋਂ ਹਟਾਉਣਾ ਹੋਵੇ ਤਾਂ ਜੱਜ ਆਫ ਸੁਪਰੀਮ ਕੋਰਟ ਹੋ ਸਕਦਾ ਜੀ। ਅਗਰ ਕਿਸੇ ਹੋਰ ਜੱਜ ਨੂੰ ਹਟਾਉਣਾ ਹੋਵੇ ਤਾਂ ਚੀਫ ਜਸਟਿਸ ਆਫ ਇੰਡੀਆ ਹੋ ਸਕਦਾ ਹੈਗਾ। ਇਸ ਤੋਂ ਇਲਾਵਾ ਭਾਰਤ ਦੀ ਕਿਸੇ ਵੀ ਹਾਈ ਕੋਰਟ ਦਾ ਇੱਕ ਚੀਫ ਜਸਟਿਸ ਹੋ ਸਕਦਾ ਹੈਗਾ। ਤੇ ਤੀਸਰਾ ਜਿਹੜਾ ਹੈ ਇੱਕ ਡਿਸਟਿੰਗੁਇਸ਼ਡ ਜੁਰਿਸਟ ਹੋ ਸਕਦਾ, ਜਿਹੜਾ ਕਿ ਮਤਲਬ ਕਾਨੂੰਨ ਦੀ ਅੱਛੀ ਖਾਸੀ ਨੌਲੇਜ ਰੱਖਦਾ ਹੋਵੇ। ਇਸ ਤਰ੍ਹਾਂ ਦਾ ਇੱਕ ਵਿਅਕਤੀ ਵੀ ਇਸ ਕਮੇਟੀ ਦਾ ਮੈਂਬਰ ਹੋ ਸਕਦਾ ਹੈਗਾ। ਅਗਰ ਇਹ ਕਮੇਟੀ ਨੇ, ਜੇਕਰ ਇਹ ਕਮੇਟੀ ਫਾਈਂਡ ਦਾ ਜੱਜ ਟੂ ਬੀ ਗਿਲਟੀ, ਤਾਂ ਇਹ ਜਿਹੜਾ ਹੈ ਦੋਨੋਂ ਸਦਨਾਂ ਦੇ ਵਿੱਚ ਕੰਸੀਡਰੇਸ਼ਨ ਦੇ ਵਿੱਚ ਦਿੱਤਾ ਜਾਊਗਾ ਕਿ ਆਪਾਂ ਨੇ ਜਿਹੜਾ ਹੈ ਉਹ ਜੱਜ ਨੂੰ ਹਟਾਉਣ ਦਾ ਪ੍ਰੋਸੈਸ ਹੈ ਜਿਹੜਾ ਦੋਨੋਂ ਸਦਨਾਂ ਦੇ ਵਿੱਚ ਸ਼ੁਰੂ ਕਰਨਾ ਪਊਗਾ। ਠੀਕ ਹੈ ਜੀ, ਤੇ ਇਹਦੇ ਚ ਕੀ ਹੈ, ਆਫਟਰ ਦਾ ਮੋਸ਼ਨ ਇਜ਼ ਪਾਸਡ ਇਨ ਦਾ ਹਾਊਸਿਸ ਆਫ ਪਾਰਲੀਮੈਂਟ ਬਾਈ ਸਪੈਸ਼ਲ ਮੈਜੋਰਿਟੀ ਦਾ ਐਡਰੈਸ ਇਜ਼ ਪ੍ਰੈਜ਼ੈਂਟਡ ਟੂ ਦਾ ਪ੍ਰੈਜ਼ੀਡੈਂਟ ਫॉर ਦਾ ਰਿਮੂਵਲ ਆਫ ਦਾ ਜੱਜ। ਇਹਦਾ ਕੀ ਮਤਲਬ ਹੋਇਆ ਜੀ, ਜਦੋਂ ਉਹ ਆਪਾਂ ਨੇ ਦੋਸ਼ੀ ਸਿੱਧ ਪਾ ਲਿਆ ਕਿ ਜੱਜ ਜਿਹੜਾ ਹੈ ਗਿਲਟੀ ਫਾਊਂਡ ਕੀਤਾ ਗਿਆ ਉਹਦੇ ਦੋਸ਼ਾਂ ਦੇ ਲਈ, ਤਾਂ ਉਸ ਨੂੰ ਜਿਹੜਾ ਹੈ ਉਸ ਤੋਂ ਬਾਅਦ ਪਾਰਲੀਮੈਂਟ ਦੇ ਦੋਨੋਂ ਸਦਨਾਂ ਦੇ ਵਿੱਚ ਸਪੈਸ਼ਲ ਮੈਜੋਰਿਟੀ ਦੇ ਨਾਲ ਬਿੱਲ ਨੂੰ ਪਾਸ ਕੀਤਾ ਜਾਊਗਾ। ਤੇ ਜਦੋਂ ਇਹ ਬਿੱਲ ਪਾਸ ਹੋ ਗਿਆ ਤਾਂ ਆਪਾਂ ਜਿਹੜਾ ਹੈ ਰਾਸ਼ਟਰਪਤੀ ਨੂੰ ਉਸ ਜੱਜ ਦੇ ਨਾਮ ਬਾਰੇ ਦੱਸ ਦਾਂਗੇ ਕਿ ਆਪਾਂ ਇਸ ਜੱਜ ਨੂੰ ਹਟਾਉਣਾ ਹੈਗਾ। ਇਹਨੂੰ ਬਰੀਫ 'ਚ ਜੇ ਦੱਸਣਾ ਹੋਵੇ ਜੀ, ਇਹਦੇ 'ਚ ਕੀ ਆਇਆ, ਆਪਾਂ ਨੇ ਜਿਹੜਾ ਹੈ ਅਗਰ ਲੋਕ ਸਭਾ ਦੇ ਵਿੱਚ ਸ਼ੁਰੂ ਕਰਨਾ ਹੋਵੇ ਤਾਂ 100 ਬੰਦਿਆਂ ਦੀ ਸਹਿਮਤੀ ਚਾਹੀਦੀ ਹੈ। ਅਗਰ ਰਾਜ ਸਭਾ ਦੇ ਵਿੱਚ ਇਹ ਬਿੱਲ ਨੂੰ ਸ਼ੁਰੂ ਕਰਨਾ ਹੋਵੇ ਤਾਂ 50 ਬੰਦਿਆਂ ਦੀ ਸਹਿਮਤੀ ਚਾਹੀਦੀ ਹੈ। ਜੇ ਲੋਕ ਸਭਾ ਦੇ ਵਿੱਚ ਸ਼ੁਰੂ ਹੋਇਆ ਹੋਊਗਾ ਤਾਂ ਇਹ ਜਾਊਗਾ ਮੋਸ਼ਨ ਸਪੀਕਰ ਦੇ ਕੋਲੇ। ਅਗਰ ਰਾਜ ਸਭਾ ਦੇ ਵਿੱਚ ਸ਼ੁਰੂ ਕੀਤਾ ਹੋਊਗਾ ਤਾਂ ਇਹ ਜਾਊਗਾ ਰਾਜ ਸਭਾ ਦੇ ਚੇਅਰਮੈਨ ਕੋਲੇ। ਠੀਕ ਹੈ ਜੀ, ਤੇ ਇਹਨਾਂ ਦੇ ਕੋਲੇ ਚੁਆਇਸ ਹੈਗੀ ਹੈ ਕਿ ਇਹ ਚੀਜ਼ ਨੂੰ ਐਕਸੈਪਟ ਵੀ ਕਰ ਸਕਦੇ ਨੇ ਜਾਂ ਰਿਜੈਕਟ ਕਰ ਸਕਦੇ ਨੇ। ਜੇ ਇਹ ਇਹਨਾਂ ਨੂੰ ਇਹ ਮੋਸ਼ਨ ਨੂੰ ਰਿਜੈਕਟ ਕਰਦੇ ਨੇ ਤਾਂ ਇਹ ਇੱਥੇ ਹੀ ਖਤਮ ਹੋ ਜੂ। ਜੇ ਐਕਸੈਪਟ ਕਰ ਲਿਆ ਜੀ, ਜੇ ਲੋਕ ਸਭਾ 'ਚ ਸ਼ੁਰੂ ਹੋਇਆ ਹੋਊਗਾ ਤਾਂ ਸਪੀਕਰ ਹੈ ਜਿਹੜਾ 3 ਮੈਂਬਰਾਂ ਦੀ ਕਮੇਟੀ ਬਣਾਊਗਾ। ਜੇ ਰਾਜ ਸਭਾ ਦੇ ਵਿੱਚ ਸ਼ੁਰੂ ਹੋਇਆ ਹੋਊਗਾ ਤਾਂ ਰਾਜ ਸਭਾ ਦਾ ਜਿਹੜਾ ਚੇਅਰਮੈਨ ਹੋਊਗਾ ਉਹ 3 ਮੈਂਬਰਾਂ ਦੀ ਕਮੇਟੀ ਬਣਾਊਗਾ। ਤੇ ਇਹ ਕਮੇਟੀ ਜਿਹੜਾ ਹੈ ਜੇਕਰ ਗਿਲਟੀ ਫਾਊਂਡ ਕਰਦੀ ਹੈਗੀ ਹੈ ਜੱਜ ਨੂੰ, ਤਾਂ ਫਿਰ ਦੋਸਤ ਤੋਂ ਬਾਅਦ ਕੀ ਹੋਊਗਾ ਜੀ, ਇਫ ਫਾਊਂਡ ਗਿਲਟੀ, ਤਾਂ ਜੇ ਜੱਜ ਇਹਨਾਂ ਨੂੰ ਗਿਲਟੀ ਫਾਊਂਡ ਕਰਦੇ ਨੇ ਤਾਂ ਜਿਹੜੇ ਜੱਜਿਸ ਹੋਣਗੇ ਮਤਲਬ ਜੱਜ ਨੂੰ ਹਟਾਉਣ ਦੇ ਲਈ ਇੱਕ ਮੋਸ਼ਨ ਸ਼ੁਰੂ ਕੀਤਾ ਜਾਊਗਾ। ਮੋਸ਼ਨ ਹੈ ਜਿਹੜਾ ਇਹ ਦੋਨੋਂ ਹਾਊਸਿਸ ਦੇ ਵਿੱਚੋਂ ਪਾਸ ਕੀਤਾ ਜਾਊਗਾ, ਪਾਸਡ ਇਨ ਬੋਥ ਹਾਊਸਿਸ ਬਾਈ 2/3 ਮੈਜੋਰਿਟੀ। ਠੀਕ ਹੈ ਜੀ, ਇਹ ਆ ਗਿਆ ਜੱਜਿਸ ਨੂੰ ਹਟਾਉਣ ਦਾ ਤਰੀਕਾ ਕਿ ਲੋਕ ਸਭਾ 'ਚ ਸ਼ੁਰੂ ਹੋਵੇ ਚਾਹੇ ਰਾਜ ਸਭਾ 'ਚ ਸ਼ੁਰੂ ਹੋਵੇ, ਤੇ ਉਸ ਤੋਂ ਬਾਅਦ ਸਪੀਕਰ ਜਾਂ ਚੇਅਰਮੈਨ ਕੋਲੇ ਜਾਏਗਾ। ਸਪੀਕਰ ਚੇਅਰਮੈਨ ਕੋਲੇ ਇਹਨਾਂ ਦੇ ਕੋਲੇ ਚੁਆਇਸ ਹੋਊਗੀ ਵੀ ਇਹ ਐਕਸੈਪਟ ਕਰ ਸਕਦੇ ਨੇ ਜਾਂ ਰਿਜੈਕਟ ਕਰ ਸਕਦੇ ਨੇ। ਜੇ ਐਕਸੈਪਟ ਕਰਨਗੇ ਤਾਂ 3 ਮੈਂਬਰਾਂ ਦੀ ਕਮੇਟੀ ਬਣਾਈ ਜਾਊਗੀ ਤੇ 3 ਮੈਂਬਰਾਂ ਦੀ ਕਮੇਟੀ ਦੇ ਵਿੱਚ ਸੁਪਰੀਮ ਕੋਰਟ ਦਾ ਚੀਫ ਜਸਟਿਸ ਹੋ ਸਕਦਾ ਜਾਂ ਕੋਈ ਜੱਜ ਹੋ ਸਕਦਾ, ਹਾਈ ਕੋਰਟ ਦਾ ਕੋਈ ਚੀਫ ਜਸਟਿਸ ਹੋ ਸਕਦਾ, ਤੀਸਰਾ ਕੀ ਹੈ ਡਿਸਟਿੰਗੁਇਸ਼ਡ ਜੁਰਿਸਟ ਹੋ ਸਕਦਾ।
ਜੇਕਰ ਇਹ ਕਮੇਟੀ ਨੇ ਦੋਸ਼ ਸਿੱਧ ਪਾਏ ਗਏ ਜੀ, ਫਾਊਂਡ ਗਿਲਟੀ ਮਤਲਬ ਦੋਸ਼ੀ ਸਿੱਧ ਪਾਇਆ ਗਿਆ, ਤਾਂ ਜਿਹੜਾ ਹੈ ਮੋਸ਼ਨ ਜਿਹੜਾ ਹੈ ਦੋਨੋਂ ਸਦਨਾਂ ਦੇ ਵਿੱਚ ਪਾਸ ਕੀਤਾ ਜਾਊਗਾ ਸੈਪਰੇਟਲੀ 2/3 ਮੈਜੋਰਿਟੀ ਦੇ ਨਾਲ। ਤੇ ਜਦੋਂ ਹੀ ਇਹ ਬਿੱਲ ਪਾਸ ਹੋ ਗਿਆ ਜੀ ਤਾਂ ਰਾਸ਼ਟਰਪਤੀ ਨੂੰ ਬੰਦੇ ਦਾ ਨਾਮ ਰეკਮੈਂਡ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਜਿਹੜਾ ਹੈ ਉਸ ਪਰਸਨ ਨੂੰ ਉਸਦੀ ਪੋਜੀਸ਼ਨ ਤੋਂ ਹਟਾਇਆ ਜਾਊਗਾ। ਠੀਕ ਹੈ ਜੀ। ਤੇ ਦ ਪ੍ਰੈਜ਼ੀਡੈਂਟ ਪਾਸਿਸ ਐਨ ਆਰਡਰ ਫॉर द ਰਿਮੂਵਲ ਆਫ द ਜੱਜ। ਤੇ ਹਾਲੇ ਤੱਕ ਜਿਹੜਾ ਹੈ ਜਿਸ ਤਰ੍ਹਾਂ ਆਪਾਂ ਨੇ ਲਿਖਿਆ ਜੀ, ਆਪਾਂ ਕਿਸੇ ਵੀ ਜਿਸ ਤਰ੍ਹਾਂ ਆਪਾਂ ਨੇ ਹਾਲੇ ਤੱਕ ਕਿਸੇ ਵੀ ਰਾਸ਼ਟਰਪਤੀ ਨੂੰ ਉਹਦੇ ਅਹੁਦੇ ਤੋਂ ਨਹੀਂ ਹਟਾਇਆ, ਉਸੇ ਤਰੀਕੇ ਨਾਲ ਜਿਹੜਾ ਹੈ ਹਾਲੇ ਤੱਕ ਕਿਸੇ ਵੀ ਜੱਜ ਨੂੰ ਉਹਦੇ ਅਹੁਦੇ ਤੋਂ ਨਹੀਂ ਹਟਾਇਆ ਗਿਆ ਹੈਗਾ। ਤੇ ਪਹਿਲੀ ਵਾਰ ਜਿਹੜਾ ਹੈ ਕਿਸੇ ਜੱਜ ਦੇ ਕੇਸ ਦੇ ਲਈ ਇੰਪੀਚਮੈਂਟ ਦਾ ਪ੍ਰੋਸੈਸ ਹੈ ਇਹ ਜਦੋਂ ਸ਼ੁਰੂ ਹੋਇਆ ਸੀ, ਇਹ ਸ਼ੁਰੂ ਹੋਇਆ ਸੀ ਜੀ ਜਸਟਿਸ ਵੀ ਰਾਮਾਸਵਾਮੀ ਦੇ ਲਈ। ਇਹ 1991 ਤੋਂ 93 ਤੱਕ ਜਿਹੜਾ ਹੈ ਆਪਣੀ ਸੁਪਰੀਮ ਕੋਰਟ ਦੇ ਜੱਜ ਰਹੇ ਨੇਗੇ। ਤੇ ਇਹਨਾਂ ਦਾ ਜਿਹੜਾ ਹੈ ਜਦੋਂ ਇਨਕੁਆਇਰੀ ਕਮੇਟੀ ਦੀ ਗੱਲ ਹੋਈ, ਇਨਕੁਆਇਰੀ ਕਮੇਟੀ ਉਹੀ ਜਿਹੜੀ 3 ਮੈਂਬਰਾਂ ਦੀ ਕਮੇਟੀ ਬਣਾਈ ਜਾਂਦੀ ਹੈ, ਇਹਨਾਂ ਨੇ ਜਿਹੜਾ ਹੈ ਇਹਨਾਂ ਨੂੰ ਫਾਊਂਡ ਵੀ ਕਰ ਲਿਆ ਸੀਗਾ ਵੀ ਇਹ ਮਿਸਬਿਹੇਵੀਅਰ ਦੇ ਆਧਾਰ ਤੇ ਗਿਲਟੀ ਵੀ ਫਾਊਂਡ ਕੀਤੇ ਗਏ ਸੀਗੇ। ਬਟ ਉਸ ਟਾਈਮ ਦੀ ਜਿਹੜੀ ਸਰਕਾਰ ਸੀਗੀ, ਕਾਂਗਰਸ ਦੀ ਸਰਕਾਰ ਸੀ 1991 ਤੋਂ 93 ਤੱਕ, ਤਾਂ ਉਹਨਾਂ ਨੇ ਜਿਹੜਾ ਹੈ ਵੋਟ ਪਾਉਣ ਤੋਂ ਮਨਾ ਕਰਤਾ। ਮਤਲਬ ਕੀ ਹੈ, ਪਾਰਲੀਮੈਂਟ ਦੇ ਵਿੱਚ ਮੈਜੋਰਿਟੀ ਨਾ ਆਉਣ ਕਰਕੇ ਜਿਹੜਾ ਹੈ ਪਹਿਲੇ ਜੱਜ ਨੂੰ ਹਟਾਉਣ ਦਾ ਪ੍ਰੋਸੈਸ ਜਿਹੜਾ ਸ਼ੁਰੂ ਹੋਇਆ ਸੀ ਉਹ ਆਪਣਾ ਕੈਂਸਲ ਹੀ ਕਰ ਦਿੱਤਾ ਗਿਆ। ਠੀਕ ਹੈ ਜੀ। ਜਿਸ ਕਰਕੇ ਇਹਨਾਂ ਨੂੰ ਜਿਹੜਾ ਹੈ ਇਹਨਾਂ ਦੀ ਪੋਜੀਸ਼ਨ ਤੋਂ ਨਹੀਂ ਹਟਾਇਆ ਗਿਆ। ਤੇ ਹਾਈ ਕੋਰਟ ਦੇ ਜੱਜਿਸ ਨੂੰ ਵੀ ਹਟਾਉਣ ਦਾ ਤਰੀਕਾ ਸੇਮ ਹੀ ਹੈ ਜੀ। ਤੇ ਲਾਸਟ ਆਪਣੇ ਕੋਲ ਆਇਆ ਜੀ ਰਿਮੂਵਲ ਆਫ ਚੀਫ ਇਲੈਕਸ਼ਨ ਕਮਿਸ਼ਨਰ। ਇਲੈਕਸ਼ਨ ਕਮਿਸ਼ਨਰ ਦੀ ਗੱਲ ਨਹੀਂ ਕਰ ਰਹੇ ਜੀ, ਇਲੈਕਸ਼ਨ ਕਮਿਸ਼ਨ ਹੈ ਜਿਹੜੀ ਆਪਣੀ, ਇਹ 3 ਮੈਂਬਰਾਂ ਦੀ ਬੋਡੀ ਹੈ ਅੱਜ ਦੀ ਡੇਟ ਦੇ ਵਿੱਚ। ਇੱਕ ਤਾਂ ਹੋ ਗਿਆ ਜੀ ਚੀਫ ਇਲੈਕਸ਼ਨ ਕਮਿਸ਼ਨਰ ਤੇ 2 ਆਪਣੇ ਹੋ ਗਏ ਇਲੈਕਸ਼ਨ ਕਮਿਸ਼ਨਰ। ਠੀਕ ਹੈ ਜੀ। ਤੇ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਵੀ ਕਿਸ ਤਰੀਕੇ ਨਾਲ ਹਟਾਇਆ ਜਾ ਸਕਦਾ ਹੈ, ਇਸ ਨੂੰ ਵੀ ਰਾਸ਼ਟਰਪਤੀ ਦੇ ਕਹਿਣ ਤੇ ਹੀ ਹਟਾਇਆ ਜਾ ਸਕਦਾ ਹੈ। ਪਰ ਜਿਹੜਾ ਹੈ ਇਹਦੇ ਵੀ ਰਿਮੂਵਲ ਦਾ ਪ੍ਰੋਸੈਸ ਜਿਹੜਾ ਹੈ ਸਿਮਿਲਰ ਹੈਗਾ ਸੁਪਰੀਮ ਕੋਰਟ ਦੇ ਜੱਜਿਸ ਦੇ ਰਿਮੂਵਲ ਦੇ ਬਰਾਬਰ। ਠੀਕ ਹੈ ਜੀ। ਜਿਹੜੀ ਚੀਜ਼ ਆਪਾਂ ਹੁਣੀ ਡਿਸਕਸ ਕਰਕੇ ਆਏ ਹੈਗੇ ਆ ਕਿ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਪ੍ਰੋਸੈਸ ਸ਼ੁਰੂ ਹੋ ਸਕਦਾ ਹੈਗਾ, 100 ਬੰਦਿਆਂ ਦੀ ਸਹਿਮਤੀ ਚਾਹੀਦੀ ਹੈ ਲੋਕ ਸਭਾ ਦੇ ਕੇਸ 'ਚ, 50 ਬੰਦਿਆਂ ਦੀ ਸਹਿਮਤੀ ਚਾਹੀਦੀ ਹੈ ਰਾਜ ਸਭਾ ਦੇ ਕੇਸ 'ਚ। ਤਾਂ ਇਹਦੇ ਵਿੱਚ ਕੀ ਆਇਆ ਜੀ, ਉਸ ਤੋਂ ਬਾਅਦ ਫਿਰ ਉਹੀ ਐਕਸੈਪਟ ਕਰ ਸਕਦਾ ਹੈਗਾ ਸਪੀਕਰ ਜਾਂ ਚੇਅਰਮੈਨ। ਤੇ ਫਿਰ ਬਾਅਦ ਦੇ ਵਿੱਚ ਜਿਹੜਾ ਹੈ ਸਪੀਕਰ ਜਾਂ ਚੇਅਰਮੈਨ ਜਿਹੜਾ ਹੈ 3 ਮੈਂਬਰਾਂ ਦੀ ਕਮੇਟੀ ਬਣਾਊਗਾ। ਜੇ ਇਹਨੂੰ ਫਾਊਂਡ ਕਰ ਲਿਆ ਗਿਲਟੀ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਹੈ ਦੋਨੋਂ ਸਦਨਾਂ ਦੇ ਵਿੱਚ 2/3 ਮੈਜੋਰਿਟੀ ਦੇ ਨਾਲ ਜਾਂ ਸਪੈਸ਼ਲ ਮੈਜੋਰਿਟੀ ਦੇ ਨਾਲ ਉਸ ਮੋਸ਼ਨ ਨੂੰ ਸੈਪਰੇਟਲੀ ਪਾਸ ਕੀਤਾ ਜਾਊਗਾ। ਤੇ ਜਿਹੜਾ ਹੈ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਹਟਾਉਣ ਦਾ ਨਾਮ ਜਿਹੜਾ ਹੈ ਆਪਣੇ ਪ੍ਰੈਜ਼ੀਡੈਂਟ ਨੂੰ ਦਿੱਤਾ ਜਾਊਗਾ ਤੇ ਪ੍ਰੈਜ਼ੀਡੈਂਟ ਦੇ ਕਹਿਣ ਤੇ ਹੀ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਹਟਾਇਆ ਜਾ ਸਕਦਾ ਹੈ। याद रखियो जी मैं चीफ इलैक्शन कमिश्नर की गल कर रहा ना कि इलैक्शन कमिश्नर की। ठीक है जी। तो इन्हों भी जो हटाने का ग्राउंड है ये भी जोड़ा है प्रूवन मिसबिहेवियर या इनकैपेसिटी है भी, या तो बंदे का अपना वर्तारा ठीक ना हो या बंदे दे विच काबलियत ना हो। ठीक है जी। तो उम्मीद करदा जी अज का सैशन थोड़े लिए बेनीफिशियल रहा होगा। बहुत मतलब ट्राई मतलब कोशिश की है जी कि मैं बड़े आसानी दे नाल जिहड़ा है थोनों रिमूवल का प्रोसैस सुप्रीम कोर्ट के जज का, प्रेसीडेंट का, वाइस प्रेसीडेंट का समझाने दे विच थोड़ा बहुता कामयाब होया होऊंगा जी। जेकर थोड़ा कोई रैकमेंडेशन होवे जी, सलाह होवे तो तुसीं कमेंट करके दस सकदे हैगे हो जी। मिलते हैं जी तद तक लिए नैक्सट सैक्शन दे विच। थैंक यू एंड टेक केयर।